ਪੱਖ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਮੋਹਾਲੀ ਤੋਂ ਸਬਦੀਸ਼ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਦੇ ਨਾਲ ਹੀ ਸਾਡੇ ਨਾਲ ਜਲੰਧਰ ਤੋਂ ਜੁੜ ਰਹੇ ਨੇ ਦਿਲਰਾਜ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ। ਡਿਬੇਟ ਨੰਬਰ 1 ਸ਼੍ਰੋਮਣੀ ਅਕਾਲੀ ਦਲ ਦੁਆਰਾ ਰਿਲੀਜ਼ ਕੀਤੇ ਗਏ ਮੈਨੀਫੈਸਟੋ ਦੀ ਅੱਜ ਗੱਲ ਕਰਾਂਗੇ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹਰ ਪਾਰਟੀ ਮੈਨੀਫੈਸਟੋ ਦੇ ਵਿੱਚ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਤਾਂ ਕਿ ਵੋਟਰਸ ਨੂੰ ਆਪਣੇ ਵੱਲ ਖਿੱਚ ਸਕੇ। ਆਮ ਆਦਮੀ ਪਾਰਟੀ ਜੀ ਨੇ ਇੱਕ ਤੋਂ ਜ਼ਿਆਦਾ ਮੈਨੀਫੈਸਟੋ ਰਿਲੀਜ਼ ਕੀਤਾ, ਉਸ ਤੋਂ ਬਾਅਦ ਕਾਂਗਰਸ ਜੀ ਨੇ ਇੱਕ ਮੈਨੀਫੈਸਟੋ ਰਿਲੀਜ਼ ਕਰਕੇ ਵੋਟਰਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਬੀਜੇਪੀ ਨੇ ਵੀ ਥੋੜੇ ਦਿਨ ਪਹਿਲਾਂ ਮੈਨੀਫੈਸਟੋ ਰਿਲੀਜ਼ ਕੀਤਾ, ਪਰ ਲੱਗਦਾ ਇੱਦਾਂ ਸੀ ਜਿੱਦਾਂ ਕਿ ਕਿਤੇ ਨਾ ਕਿਤੇ ਬੀਜੇਪੀ ਨੇ ਜੋ ਮੈਨੀਫੈਸਟੋ ਰਿਲੀਜ਼ ਕੀਤਾ ਵਾ ਉਹ ਹੁਣ ਦੀ ਮੌਜੂਦਾ ਸਰਕਾਰ ਦੀ ਜੋ ਫ੍ਰੀ ਆਟਾ ਦਾਲ ਦੀ ਸਕੀਮ ਆ ਉਹਦੇ ਵਿੱਚ ਦਲਿਤ ਵੋਟਰਸ ਨੂੰ ਜਾਂ ਉਹ ਵੋਟਰਸ ਜਿਨ੍ਹਾਂ ਕੋਲ ਨੀਲਾ ਕਾਰਡ ਆ ਉਹਨਾਂ ਨੂੰ ਆਪਣੇ ਵੱਲ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਜ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਰਿਲੀਜ਼ ਕੀਤਾ ਗਿਆ। 52 ਪੇਜਾਂ ਦਾ ਇਹ ਮੈਨੀਫੈਸਟੋ ਰਿਲੀਜ਼ ਕੀਤਾ ਗਿਆ ਤੇ ਨਾਲ ਹੀ ਲਗਭਗ 40 ਮਿੰਟ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਨੇ ਮੈਨੀਫੈਸਟੋ ਦੇ ਵਿੱਚ ਮੇਨ ਗੱਲਾਂ ਦਾ ਜ਼ਿਕਰ ਕੀਤਾ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਪਿਛਲੇ ਮੈਨੀਫੈਸਟੋ ਕੀਤੇ ਗਏ ਵਾਅਦੇ ਜਾਂ ਕੀਤੇ ਗਏ ਪਿਛਲੇ 5 ਸਾਲ ਚ ਕੀਤੇ ਗਏ ਕੰਮ ਗਿਣਾਏ ਤੇ ਸ਼ਾਇਦ ਕਿਤੇ ਨਾ ਕਿਤੇ ਲੋਕਾਂ ਨੂੰ ਚੇਤਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਡਿਵੈਲਪਮੈਂਟ ਦੀ ਜੋ ਬਾਰ-ਬਾਰ ਸ਼੍ਰੋਮਣੀ ਅਕਾਲੀ ਦਲ ਗੱਲ ਕਰ ਰਹੀ ਆ ਉਹ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਨੇ ਕਾਫੀ ਜ਼ਿਆਦਾ ਡਿਵੈਲਪਮੈਂਟ ਕਰਾਈ ਆ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬਿਜਲੀ 24 ਘੰਟੇ ਬਿਜਲੀ ਹੋਣ ਦਾ ਤੇ ਸਰਪਲਸ ਬਿਜਲੀ ਹੋਣ ਦਾ ਜੋ ਇੱਕ ਵਾਅਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਮੈਨੀਫੈਸਟੋ ਦਾ, ਉਹਨੂੰ ਪੂਰਾ ਕਰਨ ਦੀ ਗੱਲ ਕੀਤੀ ਆ। 4 ਤੋਂ 6 ਜੋ ਲੇਨ ਰੋਡ ਨੈਟਵਰਕ ਬਣਾਏ ਜਾ ਰਹੇ ਨੇ ਆਲ ਓਵਰ ਪੰਜਾਬ, ਉਹ ਐਕਸਪ੍ਰੈਸਵੇਜ਼ ਬਣਾਏ ਜਾ ਰਹੇ ਨੇ, ਉਹਦਾ ਵੀ ਦੱਸ ਕੇ ਆਪਣੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤੇ ਗਏ ਕੰਮਾਂ ਦੀ ਗਿਣਤੀ ਵਿੱਚ ਵਾਅਦਾ ਕੀਤਾ। ਨਾਲ ਹੀ ਇਹ ਕਿਹਾ ਕਿ ਲਗਭਗ 90% ਐਕਸਪ੍ਰੈਸਵੇ ਬਣ ਚੁੱਕੇ ਨੇ ਤੇ ਜੋ 10% ਬਚਨੇ ਨੇ ਜੇ ਸਾਡੀ ਅਗਲੀ ਵਾਰ ਸਰਕਾਰ ਆਉਂਦੀ ਆ ਤਾਂ ਉਹ ਬਚੇ ਹੋਏ ਐਕਸਪ੍ਰੈਸਵੇ ਵੀ ਫਿਨਿਸ਼ ਕੀਤੇ ਜਾਣਗੇ। 160 ਟੋਟਲ ਗਿਣਤੀ ਹੈ ਪੰਜਾਬ ਦੇ ਛੋਟੇ ਕਸਬੇ ਤੇ ਸ਼ਹਿਰਾਂ ਦੀ, ਉਹਨਾਂ ਵਿੱਚ ਸੀਵਰ ਵਾਟਰ ਸਪਲਾਈ ਤੇ ਗਲੀਆਂ ਨਾਲੀਆਂ ਦਾ ਜੋ ਕੰਮ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੁਆਰਾ ਉਹਦਾ ਵੀ ਹਵਾਲਾ ਦਿੱਤਾ ਗਿਆ। 6000 ਤੋਂ ਲੈ ਕੇ 7000 ਕਰੋੜ ਪੰਜਾਬ ਗਵਰਨਮੈਂਟ ਦੁਆਰਾ 160 ਛੋਟੇ ਵੱਡੇ ਸ਼ਹਿਰਾਂ ਦੇ ਉੱਤੇ ਲਾਏ ਗਏ ਬੇਸਿਕ ਇਨਫਰਾਸਟ੍ਰਕਚਰ ਬਣਾਉਣ ਵਾਸਤੇ। ਲਗਭਗ ਸੁਖਬੀਰ ਬਾਦਲ ਦਾਅਵਾ ਕਰਦੇ ਨੇ ਕਿ 90% ਕੰਮ ਪੂਰਾ ਹੋ ਚੁੱਕਿਆ ਵਾ, ਜੋ 10% 15% ਕੰਮ ਬਚਿਆ ਵਾ ਉਹ ਅਗਲੀ ਵਾਰੀ ਜਿੱਦਾਂ ਹੀ ਉਹਨਾਂ ਦੀ ਸਰਕਾਰ ਆਊਗੀ ਉਹ ਪੂਰਾ ਕੀਤਾ ਜਾਊਗਾ। ਪੰਜਾਬ ਨੂੰ ਸਪੋਰਟਸ ਹਬ ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿੰਗ ਬਣਾਉਣ ਦੀ ਗੱਲ ਵੀ ਕੀਤੀ। ਨਾਲ ਹੀ ਜੂਨੀਅਰ ਹਾਕੀ ਦੇ ਵਿੱਚ ਜਿੱਥੇ ਕਿ ਇੰਡੀਆ ਨੇ ਜੂਨੀਅਰ ਹਾਕੀ ਚ ਵਰਲਡ ਕੱਪ ਜਿੱਤਿਆ ਸੀ, 10 ਪਲੇਅਰ ਪੰਜਾਬ ਦੇ ਨੇ, ਉਹਦਾ ਵੀ ਕ੍ਰੈਡਿਟ ਕਿਤੇ ਨਾ ਕਿਤੇ ਆਪਣੇ ਸਪੋਰਟਸ ਹਬ ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿੰਗ ਬਣਾਉਣ ਦਾ ਸ਼੍ਰੇ ਆਪਣੀ ਪਾਰਟੀ ਉੱਤੇ ਹੀ ਲੈਣ ਦੀ ਕੋਸ਼ਿਸ਼ ਕੀਤੀ। 2.5 ਲੱਖ ਜੌਬਾਂ ਉਹਨਾਂ ਨੇ ਕਿਹਾ ਪਿਛਲੇ 5 ਸਾਲ ਦੇ ਟਰਮ ਚ ਅਸੀਂ ਕ੍ਰੀਏਟ ਕੀਤੀਆਂ ਨੇ। ਯੂਨੀਵਰਸਿਟੀ ਦੀ ਗੱਲ ਕਰਦੇ ਹੋਏ ਕਿਹਾ ਕਿ ਕਾਫੀ ਯੂਨੀਵਰਸਿਟੀਜ਼ IIT IIMS ਏਮਸ ਖੋਲੇ ਗਏ ਨੇ ਪੰਜਾਬ ਨਾਲ, ਜਿਹਦੇ ਨਾਲ ਕਿ ਹੁਣ ਪੰਜਾਬ 70,000 ਸਟੂਡੈਂਟ ਹਰ ਸਾਲ ਪੜ੍ਹਨ ਆਉਂਦੇ ਨੇ ਦੂਜੇ ਸੂਬਿਆਂ ਤੋਂ। ਥੋੜੀ ਜੀ ਗੱਲ ਕਰਾਂਗੇ ਹੁਣ ਜੋ ਅੱਜ ਮੈਨੀਫੈਸਟੋ ਰਿਲੀਜ਼ ਕੀਤਾ ਗਿਆ ਉਹਦੇ ਵਿੱਚ ਕੀਤੀਆਂ ਗਈਆਂ ਗੱਲਾਂ ਬਾਤਾਂ ਦੀਆਂ। ਲਗਭਗ ਮੈਂ 28-29 ਪੁਆਇੰਟ ਨੋਟ ਕੀਤੇ ਨੇ ਜਿਹੜੇ ਕਿ ਮੈਨੂੰ ਇੰਪੋਰਟੈਂਟ ਲੱਗੇ ਸੀ, ਜਿਹੜੇ ਡਿਸਕਸ਼ਨ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਸੀ। ਇਨਫਰਾਸਟ੍ਰਕਚਰ ਦੀ ਗੱਲ, ਡਿਵੈਲਪਮੈਂਟ ਦੀ ਗੱਲ ਜਿੱਥੇ ਕਿ ਸੁਖਬੀਰ ਬਾਦਲ ਬਾਰ-ਬਾਰ ਕਰ ਰਹੇ ਨੇ, ਪੰਜਾਬ ਨੂੰ ਵਰਲਡ ਕਲਾਸ ਇਨਫਰਾਸਟ੍ਰਕਚਰ ਦੇਣ ਦੀ ਗੱਲ ਕੀਤੀ। ਆਪਣੀ ਅਗਲੀ ਟਰਮ ਦੇ ਵਿੱਚ ਸਾਰੇ ਇਨਫਰਾਸਟ੍ਰਕਚਰ ਸਾਰਾ ਹੀ ਅੰਡਰਗਰਾਉਂਡ ਕਰ ਦਿੱਤਾ ਜਾਊਗਾ ਤਾਂ ਕਿ ਡਾਊਨ ਟਾਈਮ ਤੇ ਜੋ ਥੈਫਟ ਹੁੰਦੀ ਹੈ, ਚੋਰੀ ਹੁੰਦੀ ਹੈ, ਉਹ ਬਿਲਕੁਲ ਖਤਮ ਹੋ ਜਾਏ। ਸਾਰੇ ਐਕਸਪ੍ਰੈਸਵੇ ਜੋ ਬਚੇ ਹੋਏ ਆ 1 ਸਾਲ ਚ ਖਤਮ ਕਰ ਲਏ ਜਾਣਗੇ ਤੇ ਨਾਲ ਹੀ ਜੋ ਲਿੰਕ ਰੋਡ ਆ ਉਹਨਾਂ ਦਾ ਵੀ ਕੰਮ ਸ਼ੁਰੂ ਕੀਤਾ ਜਾਊਗਾ। ਜੋ ਸੀਵਰ ਜਾਂ ਵਾਟਰ ਸਪਲਾਈ ਬਚੀਆਂ ਹੋਈਆਂ ਨੇ ਉਹਨਾਂ ਨੂੰ ਅਗਲੇ 1 ਸਾਲ ਦੇ ਵਿੱਚ ਜੋ 10 ਜਾਂ 15% ਜੋ ਦਾਅਵਾ ਕੀਤਾ ਜਾ ਰਿਹਾ ਸੁਖਬੀਰ ਬਾਦਲ ਵੱਲੋਂ ਕਿ 160 ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਜੋ ਸੀਵਰ ਜਾਂ ਵਾਟਰ ਸਪਲਾਈ ਦਾ ਬੇਸਿਕ ਇਨਫਰਾਸਟ੍ਰਕਚਰ ਦਾ ਕੰਮ ਬਚਿਆ ਹੋਇਆ ਵਾ ਉਹਨੂੰ ਵੀ ਅਗਲੇ 1 ਸਾਲ ਵਿੱਚ ਖਤਮ ਕਰ ਦਿੱਤਾ ਜਾਊਗਾ। ਤੇ ਆਪ ਸੁਖਬੀਰ ਬਾਦਲ ਨੇ ਕਿਹਾ ਕਿ ਆਪ ਇਸ ਪੂਰੇ ਕੰਮ ਨੂੰ ਮੋਨੀਟਰ ਕਰਨਗੇ। ਅਗਲੇ 5 ਸਾਲਾਂ ਵਿੱਚ 12,000 ਜੋ ਪੰਜਾਬ ਦੇ ਪਿੰਡ ਨੇ, ਲਗਭਗ 12,000 ਪਿੰਡ ਨੇ, ਪੂਰੇ ਪਿੰਡਾਂ ਦੇ ਵਿੱਚ
ਬੇਸਿਕ ਇਨਫਰਾਸਟ੍ਰਕਚਰ, ਸੀਵਰ, ਵਾਟਰ ਸਪਲਾਈ, ਸਾਰੀਆਂ ਗਲੀਆਂ ਕੰਕਰੀਟ ਦੀਆਂ, ਸਾਰੀਆਂ ਨਾਲੀਆਂ ਕੰਕਰੀਟ ਦੀ ਬਣਾਉਣ ਦੀ ਗੱਲ ਕੀਤੀ। ਕੁੱਲ ਮਿਲਾ ਕੇ ਵਰਲਡ ਕਲਾਸ ਇਨਫਰਾਸਟ੍ਰਕਚਰ ਸ਼ਹਿਰਾਂ ਅਤੇ ਪਿੰਡਾਂ ਨੂੰ ਬਣਾਉਣ ਦੀ ਗੱਲ ਕੀਤੀ। ਮੈਂ ਗੱਲ ਅੱਗੇ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਜੇ ਮੇਰਾ ਕੋਈ ਵੀ ਸਾਥੀ ਅਜੇ ਤੱਕ ਕੋਈ ਗੱਲਬਾਤ ਉੱਤੇ ਕਮੈਂਟ ਕਰਨਾ ਚਾਹੇ, ਸ਼ੁਰੂ ਕਰਦੇ ਹਾਂ ਸੀਪੀ ਸਿੰਘ ਜੀ ਤੋਂ। ਹਰਪ੍ਰੀਤ ਜੀ, ਕੱਲ ਮੈਨੀਫੈਸਟੋ ਰਿਲੀਜ਼ ਹੋਇਆ, ਬਹੁਤ ਜ਼ਿਆਦਾ ਉਹਨਾਂ ਨੇ ਵਾਅਦੇ ਵੀ ਕੀਤੇ ਔਰ ਪਿਛਲੇ ਕੰਮਾਂ ਨੂੰ ਦਸਾਉਣ ਦੀ ਵੀ ਗੱਲ ਕੀਤੀ। ਬਟ ਇੱਥੇ ਇੱਕ ਚੀਜ਼ ਜ਼ਰੂਰ ਨੋਟ ਕਰਨ ਵਾਲੀ ਹੈ ਕਿ ਜਿਹੜੇ ਕੰਮ 2012 ਦੇ ਵਿੱਚ ਪ੍ਰੋਮਿਸ ਕੀਤੇ ਗਏ ਸੀ, ਉਹ ਕੰਮ ਜਿਹੜੇ ਰਹਿ ਗਏ ਉਹਦੇ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਗਈ। ਮੈਂ ਕੱਲ ਪੜ੍ਹ ਰਿਹਾ ਸੀ ਪੂਰਾ ਮੈਨੀਫੈਸਟੋ। ਦੇਖੋ, ਲੈਪਟਾਪ ਦਾ ਵਾਅਦਾ ਕੀਤਾ ਗਿਆ ਸੀ ਹਾਇਰ ਸੈਕੰਡਰੀ ਸਟੂਡੈਂਟਸ ਵਾਸਤੇ, ਉਹ ਪੂਰਾ ਨਹੀਂ ਹੋਇਆ। ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਮੈਟਰੋ ਪਲੱਸ ਇੰਟਰਨੈਸ਼ਨਲ ਟ੍ਰੇਡ ਫੇਅਰ ਸੈਂਟਰ ਦੀ ਗੱਲ ਕੀਤੀ ਗਈ ਸੀ 2012 ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ, ਉਹ ਵੀ ਨਹੀਂ ਇਹਦੇ ਵਿੱਚ ਕੋਈ ਗੱਲ ਕੀਤੀ ਗਈ। ਆਰਓ ਸਿਸਟਮ ਰੂਰਲ ਏਰੀਆ ਦੇ ਵਿੱਚ ਤਾਂ ਥੋੜੇ ਬਹੁਤ ਲੱਗ ਗਏ, ਬਟ ਅਰਬਨ ਏਰੀਆ ਦੇ ਵਿੱਚ ਪੂਰਾ ਆਰਓ ਯੂਨਿਟ ਲਗਾਉਣ ਦੀ ਗੱਲ ਕੀਤੀ ਗਈ ਸੀ, ਉਹ ਵੀ ਨਹੀਂ ਹੋਇਆ। ਰਿਵਾਈਵਲ ਇੰਡਸਟਰੀ ਨੂੰ ਜਾਂ ਸਿੱਖ ਇੰਡਸਟਰੀ ਨੂੰ ਜਿਹੜੀ ਰਿਵਾਈਵ ਕਰਨ ਦੀ ਗੱਲ ਕੀਤੀ ਗਈ ਸੀ, ਉਹ ਕਿਤੇ ਵੀ ਇਹਦੇ ਵਿੱਚ ਨਹੀਂ ਦਿਖੀ। ਸੋ ਕੰਮ ਜਿਹੜੇ ਹੋ ਰਹੇ ਸੀ ਉਹਨਾਂ ਨੂੰ ਦੁਬਾਰਾ ਜਿਹੜੇ ਰਹਿ ਗਏ ਉਹਨੂੰ ਉੱਥੋਂ ਕੰਟੀਨਿਊ ਕਰਨ ਦੀ ਗੱਲ ਹੋਈ, ਔਰ ਕੁਝ ਜਿਹੜੇ ਵਾਅਦੇ ਸੀਗੇ ਪਹਿਲਾਂ ਉਹਦੇ ਵਿੱਚ ਐਡੀਸ਼ਨ ਜ਼ਰੂਰ ਕਰ ਦਿੱਤੀ ਗਈ। ਐਡੀਸ਼ਨ ਦੇ ਵਿੱਚ ਆਟਾ ਦਾਲ ਸਕੀਮ ਦੇ ਵਿੱਚ ਘਿਓ ਤੇ ਚੀਨੀ ਐਡ ਹੋ ਗਈ। ਫਾਰਮਾ ਦੇ ਡੈਪਟ ਜਿਹੜੇ ਆ ਉਹਦੇ ਵਿੱਚ ਥੋੜਾ ਵੇਵਰ ਦੇਣ ਦੀ ਗੱਲ ਕਰ ਲਈ ਉਹਨਾਂ ਨੇ। ਸੋ ਕਿਤੇ ਨਾ ਕਿਤੇ ਪੂਰੇ ਦੇ ਪੂਰੇ ਮੈਨੀਫੈਸਟੋ ਨੂੰ ਪਿਛਲੇ ਮੈਨੀਫੈਸਟੋ ਦੀ ਐਡੀਸ਼ਨ ਕੀਤੀ ਕਹੀ ਜਾ ਸਕਦੀ ਹੈ, ਲੇਕਿਨ ਕੁਝ ਪੁਆਇੰਟ ਇਦਾਂ ਦੇ ਸੀ ਪਿਛਲੇ ਮੈਨੀਫੈਸਟੋ ਦੇ ਵਿੱਚ, ਅਗਰ ਉਹ ਪੂਰੇ ਹੋ ਜਾਂਦੇ ਤਾਂ ਸ਼ਾਇਦ ਜਿਹੜਾ ਕੱਲ ਇਹਨਾਂ ਨੇ ਮੈਨੀਫੈਸਟੋ ਰਿਲੀਜ਼ ਕੀਤਾ ਉਹਦੇ ਵਿੱਚ ਹੋਰ ਜ਼ਿਆਦਾ ਦਮ ਹੁੰਦਾ। ਪਰ 20 ਲੱਖ ਜੌਬ ਦੀ ਗੱਲ ਫਿਰ ਸੁਖਬੀਰ ਬਾਦਲ ਨੇ ਕੀਤੀ ਹੈ, ਹੁਣ ਇਹ ਕਿਵੇਂ ਪੂਰੀ ਹੋਏਗੀ, ਇਹ ਫਿਰ ਉਹੀ ਕੁਐਸਚਨ ਖੜਾ ਬਹੁਤ ਵੱਡਾ। ਸੋ ਕਿਤੇ ਨਾ ਕਿਤੇ ਲੁਭਾਵਨਾ ਮੈਨੀਫੈਸਟੋ ਕਹੂੰਗਾ ਮੈਂ, ਪਰ ਗੱਲ ਉੱਥੇ ਮੁੱਕਦੀ ਹੈ ਕਿ ਜੇ ਵਾਅਦੇ ਹੋਏ ਨੇ ਤਾਂ ਉਹਨਾਂ ਨੂੰ ਪੂਰਾ ਵੀ ਕੀਤਾ ਜਾਣਾ ਚਾਹੀਦਾ। ਮੈਂ ਆਪਣੇ ਪੈਨਲ ਸਾਥੀਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਜੇ ਅਸੀਂ ਜਿਹੜੇ ਪੁਆਇੰਟ ਡਿਸਕਸ ਕਰ ਰਹੇ ਹਾਂ ਜੇ ਉੱਤੇ ਆਪਣੇ ਤੁਸੀਂ ਵਿਚਾਰ ਦਿਓ ਤਾਂ ਐਟਲੀਸਟ ਆਪਾਂ ਪੂਰੇ ਮੈਨੀਫੈਸਟੋ ਨੂੰ ਇੱਕ ਪਹਿਲੇ ਪੁਆਇੰਟ ਤੋਂ ਲੈ ਕੇ ਲਾਸਟ ਪੁਆਇੰਟ ਤੱਕ ਪ੍ਰੋਪਰਲੀ ਡਿਸਕਸ ਕਰ ਸਕਾਂਗੇ ਤੇ ਸਾਡੇ ਸਰੋਤਿਆਂ ਨੂੰ ਵੀ, ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਸਕੂਗਾ ਕਿ ਐਗਜ਼ੈਕਟਲੀ ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ 'ਚ ਕੀ ਵਾਅਦੇ ਕੀਤੇ ਨੇ ਤੇ ਕਿੱਥੇ ਤੱਕ ਸਾਨੂੰ ਲੱਗਦਾ ਕਿ ਇਹ ਕੰਮ ਹੋ ਸਕਦੇ ਨੇ, ਜਾਂ ਫਿਰ ਸਿਰਫ ਦੂਜੀਆਂ ਪਾਰਟੀਆਂ ਵਾਂਗੂ ਵੋਟਰਸ ਨੂੰ ਲੁਭਾਉਣ ਦੀ ਵਾਸਤੇ ਇੱਕ ਵਧੀਆ ਮੈਨੀਫੈਸਟੋ ਜਾਂ ਵਧੀਆ ਤਰੀਕੇ ਨਾਲ 52 ਪੇजेस ਦਾ ਮੈਨੀਫੈਸਟੋ ਹੀ ਤਿਆਰ ਕੀਤਾ ਗਿਆ ਹੈ। ਹਰਪ੍ਰੀਤ ਜੀ, ਜਿੱਥੋਂ ਦੇਖੀਏ ਤੱਕ ਤਾਂ ਇੱਕ ਗੱਲ ਤਾਂ ਬਹੁਤ ਕਲੀਅਰ ਹੋ ਜਾਂਦੀ ਹੈ ਕਿ ਮੈਨੀਫੈਸਟੋ ਦੇ ਆਧਾਰ ਦੇ ਉੱਤੇ ਜੇ ਅਸੀਂ ਗੱਲ ਕਰੀਏ ਤਾਂ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਜਿਹਦੇ ਵਿੱਚ ਕੁਝ ਗੱਲਾਂ ਤਾਂ ਹੋਣ ਵਾਲੇ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਵੇਖ ਸਕਦੇ ਹਾਂ, ਜਿਹੜੀਆਂ ਜਿਹਨੂੰ ਜਾਰੀ ਕਰਨ ਵੇਲੇ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਪਹਿਲ ਕਰ ਗਈ ਔਰ ਉਹੀ ਗੱਲਾਂ ਇੱਕ ਤਰ੍ਹਾਂ ਨਾਲ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਦੁਹਰਾ ਦਿੱਤੀਆਂ। ਜੇ ਦੋਨਾਂ ਦੇ ਸਿਆਸੀ ਨਜ਼ਰੀਏ ਨੂੰ ਵੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਨੀਫੈਸਟੋ ਹੈ ਬਿਲਕੁਲ ਅਲੱਗ-ਅਲੱਗ ਦਿਸ਼ਾ ਦੇ ਵਿੱਚ ਜਾਂਦੇ ਹੋਏ ਤੁਹਾਨੂੰ ਨਜ਼ਰ ਆ ਜਾਂਦੇ ਨੇ। ਪਾਣੀਆਂ ਦੇ ਸਵਾਲ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਖਾਮੋਸ਼ ਨਜ਼ਰ ਆਉਂਦਾ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਇਹਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਦਿੰਦਾ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਉਹਨਾਂ ਲੋਕਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੰਦਾ ਜੋ ਦਹਿਸ਼ਤਗਰਦੀ ਤੋਂ ਪੀੜਤ ਰਹੇ ਅਤੇ ਉਹਨਾਂ ਨੂੰ ਉਹ ਦਿੱਲੀ ਦੀ ਤਰਜ਼ ਦੇ ਉੱਤੇ ਮੁਆਵਜ਼ਾ ਦੇਣ ਦੀ ਗੱਲ ਕਰਦਾ। ਪਰ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਉਸ ਪਾਸੇ ਵੱਲ ਜਾਣ ਦੀ ਬਜਾਏ ਜ਼ਿਆਦਾ ਜ਼ੋਰ ਦਿੱਲੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਉੱਤੇ ਆਪਣਾ ਨਜ਼ਰੀਆ ਜਿਹੜਾ ਫੋਕਸ ਕਰਦਾ। ਇੱਕ ਗੱਲ ਬਹੁਤ ਕਲੀਅਰ ਹੈ ਕਿ ਦੋਨੋਂ ਪਾਰਟੀਆਂ ਗੱਠਜੋੜ ਦੇ ਵਿੱਚ ਰਹਿੰਦੇ ਹੋਏ ਸੱਤਾ ਲਈ ਸੰਘਰਸ਼ ਦੇ ਵਿੱਚ ਤਾਂ ਸਾਂਝੀ ਲੜਾਈ ਲੜ ਰਹੀਆਂ, ਪਰ ਜੇ ਉਹਨਾਂ ਦੇ ਵੱਖ-ਵੱਖ ਨਜ਼ਰੀਏ ਨੂੰ ਵੇਖਿਆ ਜਾਵੇ ਤਾਂ ਬਹੁਤ ਸਪਸ਼ਟ ਹੈ ਕਿ ਉਹ ਬਿਲਕੁਲ ਕਲੀਅਰਲੀ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੀ ਸਮਾਨਾਂਤਰ ਵਿਚਾਰਧਾਰਾ ਹੈ। ਪੰਜਾਬ ਬਾਰੇ ਵੀ ਉਹਨਾਂ ਦਾ ਨਜ਼ਰੀਆ ਵੱਖਰਾ ਹੈ, ਦੇਸ਼ ਬਾਰੇ ਵੀ ਕਈ ਮਾਮਲਿਆਂ ਦੇ ਵਿੱਚ ਨਜ਼ਰੀਆ ਵੱਖਰਾ ਹੈ। ਜੇ ਅਸੀਂ ਪਿਛਲੇ ਦਿਨੀ ਮਤਲਬ ਜਦੋਂ ਇਹ ਮੈਨੀਫੈਸਟੋ ਜਾਰੀ ਹੋ ਰਿਹਾ ਸੀ ਸੇਮ ਡੇ ਦੀ ਗੱਲ ਵੇਖੀਏ ਤਾਂ ਰਾਜਨਾਥ ਸਿੰਘ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਅਬੋਹਰ ਦੇ ਵਿੱਚ ਜਿਹੜੀ ਰੈਲੀ ਕੀਤੀ ਉਹਦੇ ਵਿੱਚ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਨੇ ਜਿਨ੍ਹਾਂ ਤੋਂ ਇਹ ਜ਼ਾਹਰ ਹੋ ਜਾਂਦਾ ਹੈ ਕਿ
ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋਣ ਦੇ ਬਾਵਜੂਦ ਇੱਕ ਦੂਰੀ ਦੇ ਉੱਤੇ ਵਿਚਰਦੇ ਹੋਏ ਨਜ਼ਰ ਆ ਰਹੇ ਨੇ। ਰਾਜਨਾਥ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਤੁਸੀਂ ਵੋਟ ਨਹੀਂ ਪਾਉਣੀ ਚਾਹੁੰਦੇ ਬੇਸ਼ੱਕ ਨਾ ਪਾਓ, ਪਰ ਡਾਂਗਾ ਸੋਟੇ ਲੈ ਕੇ ਪਿੱਛੇ ਦੌੜਨਾ ਤੇ ਜੁੱਤੀ ਨੇਤਾਵਾਂ ਵੱਲ ਸੁੱਟਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਦੂਸਰੀ ਗੱਲ, ਉਹਨਾਂ ਨੇ ਨੋਟਬੰਦੀ ਦੀ ਬਜਾਏ ਸਰਜੀਕਲ ਸਟ੍ਰਾਈਕ ਉੱਤੇ ਜ਼ਿਆਦਾ ਜ਼ੋਰ ਦਿੱਤਾ ਕਿਉਂਕਿ ਬਾਰਡਰ ਦੇ ਉੱਤੇ ਰੈਲੀ ਕਰ ਰਹੇ ਸੀ। ਨਾਲ ਇਹ ਵੀ ਕਹਿ ਦਿੱਤਾ ਕਿ ਅਸੀਂ ਇੱਧਰ ਹੀ ਨਹੀਂ ਉੱਧਰ ਜਾ ਕੇ ਵੀ ਲੋੜ ਪੈਣ ਤੇ ਲੜ ਸਕਦੇ ਹਾਂ। ਇਹਦੇ ਤੋਂ ਇੱਕ ਗੱਲ ਤਾਂ ਸਾਬਤ ਹੋ ਜਾਂਦੀ ਹੈ ਕਿ ਨੋਟਬੰਦੀ ਵੀ ਪੰਜਾਬ ਦੇ ਵਿੱਚ ਮੁੱਦਾ ਬਣਾਏ ਜਾਣ ਦੀ ਕੋਸ਼ਿਸ਼ ਭਾਜਪਾ ਵੱਲੋਂ ਨਹੀਂ ਕੀਤੀ ਜਾ ਰਹੀ। ਹਾਲੇ ਵੀ ਉਹ ਬਾਰਡਰ ਏਰੀਆ ਦੇ ਵਿੱਚ ਸਰਜੀਕਲ ਸਟ੍ਰਾਈਕ ਨੂੰ ਵਧੇਰੇ ਇਸਤੇਮਾਲ ਕਰਨਾ ਚਾਹੁੰਦੇ ਨੇ। ਤੇ ਜਦੋਂ ਉਹ ਡਾਂਗਾ ਸੋਟੇ ਤੇ ਜੁੱਤੀ ਫੈਂਕਣ ਦੀ ਗੱਲ ਕਰਦੇ ਨੇ ਤਾਂ ਉਹਦੇ 'ਚ ਬਹੁਤ ਕਲੀਅਰ ਹੈ ਕਿ ਦੋਨੋਂ ਘਟਨਾਵਾਂ, ਇੱਕ ਦਾ ਸੰਬੰਧ ਸੁਖਬੀਰ ਸਿੰਘ ਬਾਦਲ ਨਾਲ ਹੈ, ਦੂਜੀ ਦਾ ਸੰਬੰਧ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਹੈ। ਇਹਦੇ ਤੋਂ ਵੀ ਜ਼ਾਹਰ ਹੋ ਜਾਂਦਾ ਕਿ ਇਕੱਠੇ ਹੋਣ ਦੇ ਬਾਵਜੂਦ ਉਹਨਾਂ ਦੇ ਅੰਦਰ ਇੱਕ ਦੂਰੀ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਔਰ ਇਹ ਦੂਰੀ ਬਹੁਤ ਜ਼ਿਆਦਾ ਵੱਧ ਸਕਦੀ ਹੈ ਜੇ ਬੀਜੇਪੀ ਭਵਿੱਖ ਦੇ ਵਿੱਚ ਮਜ਼ਬੂਤ ਹੁੰਦੀ ਹੈ ਜਾਂ ਹਾਲਾਤ ਜਿਹੜੇ ਨੇ ਇਸ ਕਿਸਮ ਦੇ ਨਜ਼ਰ ਆਉਂਦੇ ਨੇ ਅਕਾਲੀ ਦਲ ਨੂੰ ਕਿ ਉਹ ਬਿਨਾਂ ਭਾਜਪਾ ਦੀ ਮਦਦ ਦੇ ਬਾਕੀਆਂ ਨੂੰ ਮਾਤ ਦੇ ਸਕਦਾ, ਕਿਉਂਕਿ ਦੋਨੋਂ ਇੱਕ ਦੂਜੇ ਬਿਨਾਂ ਅੱਗੇ ਨਹੀਂ ਤੁਰ ਸਕਦੇ। ਦੋਨਾਂ ਨੂੰ ਇੱਕ ਦੂਜੇ ਦਾ ਸਹਾਰਾ ਵਾ, ਇੱਕ ਉਹਦੇ ਲਈ ਲਾਠੀ ਆ, ਦੂਜਾ ਉਹਦੇ ਲਈ ਲਾਠੀ ਹੈ। ਇਸ ਕਰਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਹੀ ਉਹ ਤੁਰਨਾ ਪਸੰਦ ਕਰਦੇ ਨੇ ਤਾਂ ਕਿ ਦੋਨਾਂ ਨੂੰ ਇੰਝ ਲੱਗੇ ਕਿ ਲਾਠੀ ਨਾਲ ਨਹੀਂ ਤੁਰ ਰਹੇ, ਇੱਕ ਦੂਜੇ ਦੇ ਸਹਾਰੇ ਨਾਲ ਤੁਰ ਰਹੇ। ਪਰ ਮੇਰੇ ਮੁਤਾਬਕ ਦੋਨੋਂ ਇੱਕ ਦੂਜੇ ਦੇ ਸਹਾਰੇ ਦੇ ਤੌਰ ਤੇ ਨੇ। ਇਸੇ ਕਰਕੇ ਰਾਜਨੀਤਿਕ ਤੌਰ ਤੇ ਵਖਰੇਵੇਂ ਦੇ ਬਾਵਜੂਦ ਉਹ ਵੋਟਾਂ ਦੇ ਗੱਠਜੋੜ ਦੇ ਵਿੱਚ ਇਕੱਠੇ ਨੇ, ਸੱਤਾ ਦੇ ਗੱਠਜੋੜ ਲਈ ਇਕੱਠੇ ਨੇ। ਹਰਪ੍ਰੀਤ ਜੀ, ਜਿੱਥੇ ਤੱਕ ਉਹਨਾਂ ਨੇ ਸਭ ਤੋਂ ਇੰਪੋਰਟੈਂਟ ਜਿਹੜਾ ਪੱਖ ਸੀ, ਜਿਹੜਾ ਦੂਜੀਆਂ ਪਾਰਟੀਆਂ ਨੇ ਵੀ ਕਿਹਾ, ਜੌਬ ਕ੍ਰੀਏਸ਼ਨ ਦਾ, ਜਿਹਦੇ ਵਿੱਚ ਆਪਾਂ ਉਹਨਾਂ ਨੂੰ ਸਵਾਲ ਵੀ ਕਰਦੇ ਰਹੇ ਹਾਂ ਕਿ ਇਹ ਕਿਵੇਂ ਕੀਤਾ ਜਾਊਗਾ। ਜੌਬ ਕ੍ਰੀਏਸ਼ਨ ਦੀ ਗੱਲ ਉਹਨਾਂ ਨੇ ਵੀ ਕੀਤੀ ਹੈ, ਸੁਖਬੀਰ ਸਿੰਘ ਬਾਦਲ ਉਹਨਾਂ ਨੇ, ਪਰ ਉਹਨਾਂ ਨੇ ਕੁਝ ਡਿਫਰੈਂਟ ਇਹਦੀ ਐਕਸਪਲੇਨੇਸ਼ਨ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਐਕਸਪਲੇਨੇਸ਼ਨ ਦੇਣ ਦਾ ਮਤਲਬ ਇਹੀ ਹੋ ਗਿਆ ਕਿ ਵਾਕਿਆ ਹੀ ਉਹ ਉਸ ਚੀਜ਼ ਨੂੰ ਉਸ ਤਰ੍ਹਾਂ ਹੀ ਕਰ ਸਕਣਗੇ, ਪਰ ਥੋੜਾ ਡਿਫਰੈਂਟ ਉਹਨਾਂ ਨੇ ਆਈਟੀ ਹੱਬ ਕ੍ਰੀਏਟ ਕਰਨ ਦਾ, ਐਜੂਕੇਸ਼ਨ ਇੰਸਟੀਟਿਊਸ਼ਨ ਵਧਾਉਣ ਦਾ, ਲੁਧਿਆਣੇ ਦੇ ਵਿੱਚ ਇੰਡਸਟਰੀ ਨੂੰ ਜਿਹੜੀ ਹੈਗੀ ਉੱਥੇ ਇਸ ਵਕਤ ਹਾਜ਼ਰੀ ਦੀ ਇੰਡਸਟਰੀ ਹੈਗੀ, ਸਾਈਕਲ ਇੰਡਸਟਰੀ ਹੈਗੀ, ਉਹਨਾਂ ਨੂੰ ਬੈਟਰ ਰਿਵਾਈਵ ਕਰਕੇ ਐਕਸਪੈਂਡ ਕਰਨ ਦਾ, ਔਰ ਖਾਸ ਕਰਕੇ ਮਾਲਵੇ ਦੇ ਵਿੱਚ ਉੱਥੇ ਜਿਹੜੀ ਕਾਟਨ ਦੀ ਫਸਲ ਜਿਹੜੀ ਹੈਗੀ ਉਹ ਜ਼ਿਆਦਾ ਹੈ ਤਾਂ ਉੱਥੇ ਟੈਕਸਟਾਈਲ ਹੱਬ ਬਣਾਉਣ ਦਾ, ਉਹਦੀ ਸਪਿਨਿੰਗ ਹੋਵੇ ਜਾਂ ਅੱਗੇ ਉਸ ਤੋਂ ਕੀ ਕਰਨਾ ਹੋਵੇ, ਜੋ ਵੀ ਉਹਦੇ ਵਿੱਚ ਹੋ ਸਕਦਾ ਹੈ, ਉਹਦੀ ਗੱਲ ਕੀਤੀ ਹੈ। ਸੋ ਉਸ ਗੱਲ ਤੋਂ ਕੁਝ ਜਾਗਰੂਕ ਲੱਗਦੇ ਨੇ ਕਿ ਜੇ ਚੀਜ਼ ਕੋਈ ਅਸੀਂ ਕਹਿੰਦੇ ਹਾਂ ਕ੍ਰੀਏਟ ਕਰਨੀ ਹੈ ਤਾਂ ਸਾਡੇ ਕੋਲ ਉਹਦਾ ਰੋਡ ਮੈਪ ਵੀ ਕੁਝ ਹੋਣਾ ਚਾਹੀਦਾ ਕਿ ਉਹ ਚੀਜ਼ ਦੀ ਕ੍ਰੀਏਸ਼ਨ ਕਿਵੇਂ ਹੋ ਸਕਦੀ ਹੈ। ਸੋ ਦੂਜੀਆਂ ਪਾਰਟੀਆਂ ਨਾਲੋਂ ਇਹ ਉਹਨਾਂ ਨੇ ਕੁਝ ਡਿਫਰੈਂਟ ਕਹਿਣ ਦੀ ਗੱਲ ਕੀਤੀ ਹੈ। ਐਜੂਕੇਸ਼ਨ ਦੀ ਵੀ ਗੱਲ ਕੀਤੀ ਆ, ਉਹ ਪ੍ਰਾਪਤੀਆਂ ਜਿਵੇਂ ਤੁਸੀਂ ਕਹਿੰਦੇ ਦੱਸੀਆਂ ਨੇ, ਔਰ ਉਹ ਦੋ ਪ੍ਰਾਪਤੀਆਂ ਹੈਗੀਆਂ ਵੀ, ਇੱਕ ਬਿਜਲੀ ਦੀ ਵੀ ਹੈਗੀ ਆ, ਭਾਵੇਂ ਉਹਦੇ ਵਿੱਚ ਕਈ ਸਵਾਲ ਉਠਾਏ ਜਾਂਦੇ ਨੇ, ਪਰ ਜਿੱਥੇ ਤੱਕ ਉਹ ਕਹਿੰਦੇ ਨੇ ਕਿ ਅਸੀਂ ਬਿਜਲੀ ਨੂੰ ਸਫੀਸ਼ੀਐਂਟ ਬਣਾ ਲਿਆ ਸੂਬਾ, ਉਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਔਰ ਦੂਸਰੀ ਗੱਲ ਜਿਹੜੀ ਹੈਗੀ ਇਨਫਰਾਸਟ੍ਰਕਚਰ ਦੀ ਉਹਨਾਂ ਨੇ ਗੱਲ ਕੀਤੀ ਆ, ਵਾਕਿਆ ਹੀ ਸਾਰੇ ਮੰਨਦੇ ਨੇ ਕਿ ਇਨਫਰਾਸਟ੍ਰਕਚਰ ਡਿਵੈਲਪ ਵੀ ਹੋਇਆ, ਔਰ ਜਿਹੜੀ ਉਹਨਾਂ ਨੇ ਅੱਗੇ ਕਿਹਾ ਕਿ ਪਿਛਲਾ ਜਿਹੜਾ ਰਹਿ ਗਿਆ ਉਹ ਤਾਂ ਸਾਲ 'ਚ ਪੂਰਾ ਕਰਕੇ, ਉਹ ਬੜਾ ਇੰਪੋਰਟੈਂਟ ਹੈ ਕਿਉਂਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਬਹੁਤ ਜ਼ਿਆਦਾ ਸੰਬੰਧਿਤ ਹੈ। ਜੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਸੀਵਰੇਜ ਦਾ ਕੰਮ ਹੋਵੇ, ਸੀਵਰੇਜ ਦੇ ਨਾਲ ਜਿਹੜਾ ਹੈਗਾ ਉੱਥੇ ਲੋਕਾਂ ਦਾ ਬਾਹਰ ਜਾ ਕੇ ਆਪਣੇ ਆਪ ਨੂੰ ਈਜ਼ ਆਊਟ ਕਰਨ ਦੀ ਗੱਲ ਹੈ, ਉਹ ਖਤਮ ਹੋਵੇ ਤਾਂ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਜਿਹੜਾ ਹੈਗਾ ਉਹ ਵਾਕਿਆ ਹੀ ਸਾਫ਼ ਸੁਥਰਾ ਹੋਇਆ ਨਜ਼ਰ ਆ ਸਕਦਾ। ਠੀਕ ਹੈ, ਥੋੜਾ ਜਿਹਾ ਮੈਂ ਆਪਣੇ ਬਾਕੀ ਗੱਲ ਥੋੜਾ ਜਿਹਾ ਆਪਣੇ ਓਪੀਨੀਅਨ ਪੋਲ ਨੂੰ ਵੀ ਇੱਥੋਂ ਲਾ ਕੇ ਜ਼ਰੂਰ ਦੇਖਣਾ ਚਾਹੂੰਗਾ ਕਿਉਂਕਿ ਅਸੀਂ ਜੇ ਅਸੀਂ ਥੋੜਾ ਜਿਹਾ ਦੇਖੀਏ ਓਪੀਨੀਅਨ ਪੋਲ 'ਚ ਆਮ ਤੌਰ ਤੇ ਹੀ ਲੋਕ ਗਲੀਆਂ ਨਾਲੀਆਂ ਦੀ ਗੱਲ ਕਰਦੇ ਨੇ। ਲਗਭਗ ਜੇ ਕਿਤੇ ਨਾ ਕਿਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਦੀ ਗੱਲ ਕਰੀਏ ਤੇ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਸ਼ਾਇਦ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ ਤਿਆਰ ਕੀਤਾ ਵਾ। ਆਈ ਐਮ ਵੈਰੀ ਸ਼ੋਰ ਜਿੱਦਾਂ ਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਹਰ ਰਾਈਡਿੰਗ ਦੀ ਸਰਵੇ ਕਰਾਉਂਦੀਆਂ ਨੇ, ਉੱਦਾਂ ਹੀ ਸਰਵੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵੀ ਕਰਵਾ ਰਹੇ ਨੇ। ਤੇ ਲੋਕਾਂ ਦੀ ਕੀ ਜ਼ਰੂਰਤ ਆ, ਇਹ ਤੋਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਦੂਜੀਆਂ ਪਾਰਟੀਆਂ ਤੋਂ ਥੋੜਾ ਜ਼ਿਆਦਾ ਜਾਣੂ ਲੱਗਦਾ ਵਾ।
ਅਗਲੀ ਪੁਆਇੰਟ ਤੇ ਮੈਂ ਜਾਣਾ ਚਾਹੂੰਗਾ, 에ਅਰਪੋਰਟਸ ਦੀ ਗੱਲ ਕੀਤੀ ਕਿ ਜਿੰਨੇ ਵੀ 에ਅਰਪੋਰਟ ਬਣਾਏ ਜਾ ਰਹੇ ਆ ਸਾਰੇ ਅਗਲੀ 5 ਸਾਲ ਦੀ ਟਰਮ ਵਿੱਚ ਆਪਰੇਸ਼ਨਲ ਹੋਣਗੇ ਤੇ ਪੂਰੇ ਇੰਡੀਆ ਵਿੱਚ ਪੰਜਾਬ ਹੀ ਇੱਕ ਇਦਾਂ ਦਾ ਸੂਬਾ ਹੋਊਗਾ ਜੇ ਪੂਰੇ ਇੰਡੀਆ ਜਾਂ ਵਰਲਡ ਤੋਂ ਬੈਟਰ ਤਰੀਕੇ ਨਾਲ ਕਨੈਕਟਡ ਹੋਊਗਾ। ਜਿੱਦਾਂ ਕਿ ਦੂਜੀਆਂ ਪਾਰਟੀਆਂ ਨੇ ਵੀ ਪਿੰਡਾਂ ਨੂੰ ਵਾਈਫਾਈ ਦੇਣ ਦੀ ਗੱਲ ਕੀਤੀ, ਇਹੀ ਗੱਲ ਸੁਖਬੀਰ ਬਾਦਲ ਨੇ ਵੀ ਕੀਤੀ, ਪਰ ਫਰਕ ਇੰਨਾ ਸੀ ਕਿ ਬਾਦਲ ਸਾਹਿਬ ਨੇ ਫ੍ਰੀ ਵਾਈਫਾਈ ਦੇਣ ਦੀ ਗੱਲ ਨਹੀਂ ਕੀਤੀ, ਸਿਰਫ ਵਾਈਫਾਈ ਦੇਣ ਦੀ ਗੱਲ ਕੀਤੀ ਜੋ ਕਿ ਪੇਡ ਹੋਊਗਾ ਤੇ ਸ਼ਾਇਦ 4G LTE ਦੀ ਗੱਲ ਕੀਤੀ ਗਈ ਆ। ਇੱਕ ਜਿਹੜਾ ਅਹਿਮ ਪੁਆਇੰਟ ਹੈ ਜਿਹੜਾ ਮੈਂ ਜ਼ਰੂਰ ਡਿਸਕਸ ਕਰਨਾ ਚਾਹੂੰਗਾ ਕਿ ਅਗਲੇ ਆਉਣ ਵਾਲੇ 5 ਸਾਲ 'ਚ ਹਰ ਪਿੰਡ ਦੀ ਐਂਟਰੀ ਅਤੇ ਐਗਜ਼ਿਟ ਤੇ ਕੋਈ ਵੀ ਮੇਨ ਚੌਕ, ਹਰ ਸ਼ਹਿਰ ਦੀ ਜਿਹੜੇ ਮੇਨ ਸਟਰੀਟਸ ਨੇ ਜਾਂ ਐਂਟਰੀ ਐਗਜ਼ਿਟ ਤੇ ਸੀਸੀਟੀਵੀ ਲੱਗੇ ਹੋਣਗੇ ਤੇ ਸਾਰੇ ਸੀਸੀਟੀਵੀ ਸੈਂਟਰਲਾਈਜ਼ ਕੰਟਰੋਲ ਹੋਣਗੇ ਤਾਂ ਕਿ ਪੁਲਿਸ ਯੂਨਿਟ ਜਾਂ ਸਰਵੇਲੈਂਸ ਯੂਨਿਟ ਉਹਨਾਂ ਨੂੰ ਮੋਨੀਟਰ ਕਰ ਸਕੇ ਤੇ ਜਿਹਦੇ ਨਾਲ ਕ੍ਰਾਈਮ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗਵਰਨਮੈਂਟ ਦੇ ਗੱਠਜੋੜ ਵੱਲੋਂ। ਦਲਰਾਜ ਸਿੰਘ ਜੀ। ਹਰਪ੍ਰੀਤ ਜੀ, ਬਿਲਕੁਲ ਸਾਫ਼ ਸਪਸ਼ਟ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਕਿ ਹਰ ਐਂਟਰੀ ਤੇ ਐਗਜ਼ਿਟ ਪੁਆਇੰਟ ਤੇ ਸੀਸੀਟੀਵੀ ਕੈਮਰੇ, ਵਾਈਫਾਈ ਦੀ ਫੈਸਿਲਿਟੀ ਹਰ ਪਿੰਡ ਵਿੱਚ, ਹਰ ਸ਼ਹਿਰ ਦੇ ਵਿੱਚ। ਇਹ ਸਾਰੀਆਂ ਉਹੀ ਗੱਲਾਂ ਜਿਹੜੇ ਤਕਰੀਬਨ ਸਾਰਾ ਕੁਝ ਕਹਿ ਚੁੱਕੇ ਨੇ। ਇੱਕ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਸੁਖਬੀਰ ਬਾਦਲ ਸਾਹਿਬ ਦੇ ਮੈਨੀਫੈਸਟੋ ਤੇ, ਉਹ ਜਿਹੜੀ ਬੀਜੇਪੀ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਈ ਸੀ। ਹਮੇਸ਼ਾ ਤੋਂ ਸੁਖਬੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਰਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਮੁੱਦੇ ਤੇ ਬਦਨਾਮ ਕੀਤਾ ਜਾ ਰਿਹਾ, ਪੰਜਾਬ ਨੂੰ ਨਸ਼ਿਆਂ ਦੇ ਮੁੱਦੇ ਤੇ ਬਦਨਾਮ ਕੀਤਾ ਜਾ ਰਿਹਾ। ਨਸ਼ਿਆਂ ਦਾ ਕੁਝ ਵੀ ਪੰਜਾਬ ਦੇ ਵਿੱਚ ਕੋਈ ਅਸਰ ਨਹੀਂ ਹੈਗਾ। ਪਰ ਪਹਿਲੇ ਬੀਜੇਪੀ ਨੇ ਸਪੈਸ਼ਲ ਟਾਸਕ ਫੋਰਸ ਦੀ ਗੱਲ ਕੀਤੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਸੇ ਹੀ ਟਾਸਕ ਫੋਰਸ ਦੀ ਗੱਲ ਕੀਤੀ ਤੇ ਕਿਤੇ ਨਾ ਕਿਤੇ ਮੰਦੇ ਦਿਖਦੇ ਪਏ ਆ ਸ਼੍ਰੋਮਣੀ ਅਕਾਲੀ ਦਲ ਵੀ ਤੇ ਬੀਜੇਪੀ ਵੀ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਇੱਕ ਹਮੇਸ਼ਾ ਤੋਂ ਹੀ ਨਾਮ ਚਮਕਾਉਂਦੀਆਂ ਪਈਆਂ ਸੀਗੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਜਾਂ ਭੋਲੇ ਵਾਲਾ ਜਿਹੜਾ ਨਸ਼ੇ ਦਾ ਰੈਕਟ ਹੋਵੇ, ਉਸ ਤੋਂ ਬਾਅਦ ਜਿੰਨਾ ਪੰਜਾਬ ਦਾ ਨਾਮ ਖਰਾਬ ਹੋਇਆ, ਚਾਹੇ ਮਜੀਠੀਆ ਸਾਹਿਬ ਦਾ ਨਾਮ ਲੈ ਲਿਆ, ਕਿਤੇ ਨਾ ਕਿਤੇ ਮੰਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਵੀ ਕਿ ਨਸ਼ਿਆਂ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈਗੀ ਹੈ ਪੰਜਾਬ ਦੇ ਵਿੱਚ। ਕਈ ਕੁਛ ਕੀਤਾ ਗਿਆ, ਜਦੋਂ ਪੁਲਿਸ ਭਰਤੀ ਵੀ ਕੀਤੀ ਗਈ ਉਦੋਂ ਵੀ ਸੁਖਬੀਰ ਬਾਦਲ ਸਾਹਿਬ ਨੇ ਉਹਨਾਂ ਦਾ ਡੋਪਿੰਗ ਟੈਸਟ ਕਰਵਾਏ ਗਏ ਜਿੰਨੇ ਵੀ ਉੱਥੇ ਨੌਜਵਾਨ ਆਏ ਸੀਗੇ। ਉਸ ਤੋਂ ਬਾਅਦ ਗੱਲਾਂ ਕੀਤੀਆਂ ਗਈਆਂ ਕਿ 50% ਕਿ 1% ਹੀ ਲੋਕੀ ਮੁੰਡੇ ਜਿਹੜੇ ਹੈਗੇ ਡੋਪਿੰਗ ਦਾ ਸ਼ਿਕਾਰ ਹੈਗੇ, ਨਸ਼ੇ ਦਾ ਸ਼ਿਕਾਰ ਹੈਗੇ ਆ, ਉਹਨਾਂ ਦੀ ਟੈਸਟ ਪੋਜ਼ਿਟਿਵ ਆਏ ਹੈਗੇ ਆ, ਪੰਜਾਬ ਵਿੱਚ ਨਸ਼ਾ ਨਹੀਂ ਹੈਗਾ। ਪਰ ਇੱਥੇ ਕਿਤੇ ਨਾ ਕਿਤੇ ਮੰਦੇ ਦਿਖਦੇ ਪਏ ਹੈਗੇ ਆ ਕਿ ਹਾਂ ਅਸੀਂ ਜੇ ਸੱਤਾ ਦੇ ਵਿੱਚ ਆਏ ਤੇ ਸਪੈਸ਼ਲ ਟਾਸਕ ਫੋਰਸ ਬਣਾਵਾਂਗੇ। ਇਹ ਵੀ ਹੋ ਸਕਦਾ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿ ਸਾਡਾ ਨਸ਼ੇ ਦੇ ਨਾਲ ਕੋਈ ਵੀ ਇਨਵੋਲਵਮੈਂਟ ਨਹੀਂ ਹੈਗੀ, ਜੇ ਅਸੀਂ ਆਉਂਦੇ ਹਾਂ ਤੇ ਅਸੀਂ ਕਿਤੇ ਨਾ ਕਿਤੇ ਨਸ਼ਾ ਰੋਕਾਂਗੇ, ਸਪੈਸ਼ਲ ਟਾਸਕ ਫੋਰਸ ਬਣਾਵਾਂਗੇ। ਦੂਜੀ ਚੀਜ਼ ਪਹਿਲੇ ਵਾਲੇ ਪੁਆਇੰਟ ਤੇ ਆਵਾਂਗੇ ਜਿਹੜੀ ਤੁਸੀਂ ਗੱਲ ਕੀਤੀ ਸੀ ਐਗਜ਼ਿਟ ਤੇ ਐਂਟਰੀ ਤੇ ਹਰ ਪਿੰਡ ਦੇ ਗੇਟ ਤੇ ਸੀਸੀਟੀਵੀ ਕੈਮਰੇ ਲੱਗਣਗੇ। ਇਹ ਕੁਝ ਉਦਾਂ ਦੇ ਵਾਅਦੇ ਲੱਗਦੇ ਪਏ ਨੇ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਕੀਤੇ ਸੀਗੇ। ਅਜੇ ਤੱਕ ਦਿੱਲੀ ਵਿੱਚ ਕੋਈ ਕੈਮਰੇ ਨਹੀਂ ਲੱਗੇ। ਵਾਈਫਾਈ ਦੀ ਗੱਲ ਕੀਤੀ, ਸਾਰਾ ਕੁਝ ਚਾਹੇ ਇਲੈਕਸ਼ਨ ਕਮਿਸ਼ਨ ਨੇ ਇਹ ਚੀਜ਼ ਪੱਕੀ ਕਰ ਦਿੱਤੀ ਹੈਗੀ ਹੈ, ਇਹ ਚੀਜ਼ ਕਹਿ ਦਿੱਤੀ ਹੈ ਪਾਰਟੀਆਂ ਨੂੰ, ਵਾਰਨਿੰਗ ਵੀ ਦੇ ਦਿੱਤੀ ਹੈ ਕਿ ਜੇ ਮੈਨੀਫੈਸਟੋ ਵਿੱਚ ਰੱਖੀਆਂ ਗਈਆਂ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹਨਾਂ ਤੇ ਐਕਸ਼ਨ ਹੋਏਗਾ। ਪਰ ਉਹ ਵਾਰਨਿੰਗ ਦੇ ਬਾਵਜੂਦ ਵੀ ਜਿਹਦਾ ਵੀ ਮੈਨੀਫੈਸਟੋ ਆਉਂਦਾ ਪਿਆ ਵਾ ਉਹਦੇ ਵਿੱਚ ਸਾਰੇ ਉਹੀ ਝੂਠੇ ਵਾਅਦੇ ਕੀਤੇ ਜਾ ਰਹੇ ਹੈਗੇ ਆ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 20 ਲੱਖ ਨੌਕਰੀਆਂ ਦੀ ਸੁਖਬੀਰ ਬਾਦਲ ਸਾਹਿਬ ਗੱਲ ਕਰਦੇ ਆ। ਆਪਾਂ ਜਦੋਂ 25 ਲੱਖ ਨੌਕਰੀਆਂ ਦੀ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਸੀ, ਇਹੀ ਸਾਰੇ ਲੀਡਰ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਕੋਲ ਇੰਨਾ ਪੈਸਾ ਹੀ ਨਹੀਂ ਹੈਗਾ, ਨੌਕਰੀ ਕਿੱਥੋਂ ਹੋਊਗੀ। ਅੱਜ ਆਪ 20 ਲੱਖ ਨੌਕਰੀਆਂ ਕਿੱਥੋਂ ਦੇ ਸਕਣਗੇ। ਸਾਰਾ ਝੂਠਾ ਪ੍ਰਚਾਰ ਹੈ, ਝੂਠੇ ਵਾਅਦੇ ਹੈਗੇ ਆ। ਪਿਛਲੀ ਸੀਪੀ ਸਿੰਘ ਜੀ ਨੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਪਿਛਲੀ ਵਾਰ ਜਿਹੜੇ ਵਾਅਦੇ ਸੀ ਉਹਨਾਂ ਦਾ ਕੀ ਕੀਤਾ ਗਿਆ। 30% ਵਾਅਦੇ ਪੂਰੇ ਹੋਏ ਆ ਜੇ ਆਪਾਂ ਇੱਕ ਸਰਵੇ ਦੀ ਗੱਲ ਕਰੀਏ ਪਿਛਲੇ ਵਾਅਦਿਆਂ ਨਾਲੋਂ। ਪਰ ਇਸ ਵਾਰੀ ਜਿਹੜੇ ਵਾਅਦੇ ਕੀਤੇ ਗਏ ਆ ਉਹ ਆਲਮੋਸਟ ਡਬਲ ਕਰ ਦਿੱਤੇ ਗਏ ਹੈਗੇ ਆ। ਸਾਰਾ ਜੀ ਝੂਠਾ ਪ੍ਰਚਾਰ ਲੱਗਦਾ ਪਿਆ। ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਬਹੁਤ ਕੁਛ ਸੁਖਬੀਰ ਬਾਦਲ ਸਾਹਿਬ ਪੂਰਾ ਕਰ ਪਾਉਣਗੇ। ਇੰਫਰਾਸਟਰਕਚਰ ਤੇ ਸਿਰਫ ਪੰਜਾਬ ਦੇ ਵਿੱਚ ਕੰਮ ਹੋਇਆ ਵਾ, ਹੋ ਸਕਦਾ ਇੰਫਰਾਸਟਰਕਚਰ ਨੂੰ ਅੱਗੇ ਵੀ ਕੰਮ ਹੋ ਜਾਵੇ। ਬਾਕੀ ਪੰਜਾਬ ਦੇ ਕੋਲ ਇੰਨਾ ਪੈਸਾ ਹੈ ਹੀ ਨਹੀਂ ਜਿੰਨੀਆਂ ਗੱਲਾਂ ਕੀਤੀਆਂ ਜਾ ਰਹੀਆਂ 20 ਲੱਖ ਨੌਕਰੀਆਂ ਦੀ। ਜਿਹੜੇ ਹਜੇ ਮੁੰਡੇ
ਕਾਂਸਟੇਬਲ ਲੱਗੇ ਹੈਗੇ ਆ ਉਹਨਾਂ ਨੂੰ 5-5 6-6 ਹਜ਼ਾਰ ਰੁਪਇਆ ਪਹਿਲਾਂ 2-3 ਸਾਲ ਤਨਖਾਹ ਦੇਣੀ ਹੈ। 5,000 ਰੁਪਏ ਵਿੱਚ ਕੀ ਹੁੰਦਾ ਵਾ, ਜਿਹੜੇ ਪਟਵਾਰੀ ਲੱਗੇ ਉਹਨਾਂ ਨੂੰ 10,000 ਰੁਪਇਆ ਤਨਖਾਹ ਦੇਣੀ ਹੈ ਪਹਿਲੇ ਸਾਲ, 1.5-2 ਸਾਲ, 10,000 ਰੁਪਏ ਵਿੱਚ ਕਿੰਨਾ ਵਧੀਆ ਗੁਜ਼ਾਰਾ ਕਰ ਲੈਣਗੇ। ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ। ਜਿਹੜੇ ਲੋਕ ਨੌਕਰੀ ਲੱਗੇ ਹੋਏ ਆ ਉਹਨਾਂ ਨੂੰ ਤਾਂ ਪੈਸੇ ਦਿੱਤੇ ਨਹੀਂ ਜਾ ਰਹੇ। ਭਲੇ ਲੋਕੋ ਤੁਹਾਡੇ ਤੋਂ ਨਵੀਆਂ 20 ਲੱਖ ਨੌਕਰੀਆਂ ਕਿੱਦਾਂ ਰੱਖੋਗੇ ਤੇ ਉਹਨਾਂ ਨੂੰ ਪੈਸੇ ਕਿੱਦਾਂ ਦਿਓਗੇ, ਉਹਨਾਂ ਨੂੰ ਸੈਲਰੀ ਕਿੱਦਾਂ ਦਿਓਗੇ, ਉਹਦੇ ਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ। ਥੋੜਾ ਜਿਹਾ ਮੈਂ ਜੌਬ ਕ੍ਰੀਏਸ਼ਨ ਬਾਰੇ ਡਿਟੇਲ ਗੱਲ ਕਰਨਾ ਚਾਹੂੰਗਾ। ਇੱਕ ਗੱਲ ਜੌਬ ਕ੍ਰੀਏਸ਼ਨ ਬਾਰੇ ਜੀ ਕਰਨੀ ਚਾਹਾਂਗਾ, ਜੇ ਤੁਸੀਂ ਮੈਨੂੰ ਮੌਕਾ ਦੇ ਸਕੋ ਤਾਂ। ਪਲੀਜ਼ ਗੋ ਹੈਡ ਜੀ। ਦੇਖੋ, ਜੇ ਅਸੀਂ ਇਸ ਮੈਨੀਫੈਸਟੋ ਨੂੰ ਧਿਆਨ ਦੇ ਨਾਲ ਪੜ੍ਹੀਏ ਤਾਂ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਵਾ ਮੈਨੀਫੈਸਟੋ ਨੂੰ, ਉਹਦੇ 'ਚ ਬਹੁਤ ਆਸਾਨੀ ਨਾਲ ਤੁਸੀਂ ਕਹਿ ਸਕਦੇ ਹੋ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਦੁਬਾਰਾ ਸਰਕਾਰ ਬਣ ਜਾਂਦੀ ਹੈ ਤਾਂ ਅਗਲੀ ਵਾਰ ਦੁਬਾਰਾ ਉਹੀ ਵਾਅਦੇ ਇਸੇ ਰੂਪ ਦੇ ਵਿੱਚ ਦੁਹਰਾਏ ਜਾ ਸਕਦੇ ਆ ਕਿ ਅਸੀਂ ਪੰਜਾਬ ਨੂੰ ਵਿਸ਼ਵ ਪੱਧਰ ਦੇ ਉੱਤੇ ਵਿਕਸਿਤ ਕਰਨ ਦਾ ਯਤਨ ਕਰਾਂਗੇ। ਅਸੀਂ ਪੰਜਾਬ ਦੇ ਇਨਫਰਾਸਟ੍ਰਕਚਰ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰ ਦੇਵਾਂਗੇ। ਅਸੀਂ ਪੰਜਾਬ ਦੇ ਲਈ ਇੰਡਸਟਰੀਅਲ ਹਬਸ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਕ੍ਰੀਏਟ ਕਰ ਦੇਵਾਂਗੇ। 20 ਲੱਖ ਜੌਬ ਕ੍ਰੀਏਟ ਕਰ ਦੇਵਾਂਗੇ। ਹਾਲੇ ਤੱਕ ਸਰਕਾਰ ਆਪਣੇ ਦਾਅਵੇ ਕਰਦੀ, ਖੁਦ ਸੁਖਬੀਰ ਸਿੰਘ ਬਾਦਲ ਨੇ ਇਹ ਦਾਅਵੇ ਕੀਤੇ ਨੇ ਕਿ ਅਸੀਂ 2.5 ਲੱਖ ਤੋਂ ਜ਼ਿਆਦਾ ਜੌਬਸ ਲੋਕਾਂ ਨੂੰ ਹੁਣ ਤੱਕ ਨਹੀਂ ਦੇ ਸਕੇ ਪਿਛਲੇ ਆਪਣੇ ਲੰਮੇ ਸਮੇਂ ਦੀ ਟੈਨਿਓਰ ਦੇ ਵਿੱਚ। ਅਗਲੀ ਗੱਲ ਜਿਹੜੀ ਕਹਿਣ ਵਾਲੀ ਹੈ, ਸੁਪਰੀਮ ਕੋਰਟ ਨੇ ਇੱਕ ਤੋਂ ਵੱਧ ਵਾਰ ਕਹਿ ਦਿੱਤਾ ਕਿ ਇੱਕ ਸਮਾਨ ਕੰਮ ਲਈ ਹਰ ਕਿਸੇ ਨੂੰ ਸਮਾਨ ਜਿਹੜੀ ਹੈਗੀ ਵੇਤਨ ਲੈਣ ਦਾ ਹੱਕ ਆ, ਸਮਾਨ ਤਨਖਾਹ ਲੈਣ ਦਾ ਹੱਕ ਆ। ਦੇ ਵਿੱਚ ਜਿਹਨਾਂ ਲੋਕਾਂ ਨੂੰ ਨੌਕਰੀਆਂ ਨੇ ਕਿਸੇ ਨੂੰ ਵੀ ਨਿਯਮਾਂ ਦੇ ਮੁਤਾਬਕ ਜਿਹੜੀ ਉਹ ਤਨਖਾਹ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਪੇਮੈਂਟ ਜਿਹੜੀਆਂ ਨੇ ਬਿਲਕੁਲ ਇੱਕ ਤਰ੍ਹਾਂ ਨਾਲ ਠੇਕੇਦਾਰੀ ਸਿਸਟਮ ਦੇ ਤਹਿਤ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਤਾਂ ਪੁਲਿਸ ਤੱਕ ਨੂੰ ਵੀ ਇੱਕ ਤਰ੍ਹਾਂ ਨਾਲ ਤਰੀਕੇ ਦੇ ਨਾਲ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਵੇਂ ਉਹਨਾਂ ਨੂੰ 10,000 ਦੀ ਤਨਖਾਹ ਇੱਕ ਤਰ੍ਹਾਂ ਨਾਲ ਦਿੱਤੀ ਜਾਏਗੀ। ਮੈਨੂੰ ਯਾਦ ਆਉਂਦਾ ਜਦੋਂ ਪੰਜਾਬ ਦੇ ਵਿੱਚ ਨਵਾਂ ITIs ਖੁੱਲੇ ਸਨ, ਵੋਕੇਸ਼ਨਲ ਦੇ ਸਬਜੈਕਟ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਚਾਰਿਆ ਜਾਂਦਾ ਸੀ। ਉਦੋਂ ਜਿਹੜੇ ਬੱਚੇ ITI ਕਰਦੇ ਸੀ, ਜਦੋਂ ਉਹ ਕਿਸੇ ਫੈਕਟਰੀ ਦੇ ਵਿੱਚ ਜਾਂ ਰੋਡਵੇਜ ਦੇ ਵਿੱਚ ਜਿਵੇਂ ਦੇ ਵੀ ਉਹਨਾਂ ਦੀਆਂ ਵੋਕੇਸ਼ਨਲ ਦੇ ਕੋਰਸ ਹੁੰਦੇ ਸੀ, ਉਹਦੇ ਮੁਤਾਬਕ ਉਹ ਜਾਂਦੇ ਸੀ ਤੇ ਉਹਨਾਂ ਨੂੰ ਇੱਕ ਵਜ਼ੀਫਾ ਮਿਲਦਾ ਸੀ। ਅੱਜ ਦੀ ਤਰੀਕ ਦੇ ਵਿੱਚ ਸਰਕਾਰ ਲੋਕਾਂ ਨੂੰ ਸਿਰਫ ਸਿੱਖਿਅਤ ਹੋਣ ਲਈ ਦਿੱਤੇ ਜਾਂਦੇ ਵਜ਼ੀਫੇ ਨੂੰ ਵੀ ਨੌਕਰੀ ਦੇ ਰੂਪ ਵਿੱਚ ਪੇਸ਼ ਕਰ ਰਹੀ ਆ। ਇਹ ਸਰਕਾਰ ਅਗਲੇ ਦਿਨਾਂ ਦੇ ਵਿੱਚ ਜਿਹੜੀ 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਤੋਂ ਇਨਕਾਰ ਹੋਈ ਬੈਠੀ ਹੈ। ਈਵਨ ਹਾਲੇ ਤੱਕ ਬਹੁਤ ਖੇਤਰਾਂ 'ਚ 6ਵਾਂ ਪੇ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ। ਉਹ ਸਰਕਾਰ ਕਿਵੇਂ ਕਹਿ ਸਕਦੀ ਹੈ ਕਿ ਉਹ ਬਹੁਤ ਵੱਡੀ ਜਿਹੜੀ ਤਰੱਕੀ ਪੰਜਾਬ ਦੇ ਲਈ ਕਰਨ ਜਾ ਰਹੀ ਹੈ। ਇੰਡਸਟਰੀਅਲ ਹੱਬ ਜਿੰਨਾ ਆਵਾਜ਼ ਤੁਹਾਡੀ ਬ੍ਰੇਕ ਹੋ ਰਹੀ ਹੈ ਸਬਦੀਸ਼ ਜੀ, ਮੈਂ ਥੋੜਾ ਜਿਹਾ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ। ਆਵਾਜ਼ ਬ੍ਰੇਕ ਹੋ ਰਹੀ ਹੈ ਸਬਦੀਸ਼ ਜੀ ਤੁਹਾਡੀ, ਥੋੜਾ ਜਿਹਾ ਗੱਲ ਨੂੰ ਅੱਧੇ ਮਿੰਟ 'ਚ ਤੁਸੀਂ ਕੰਪਲੀਟ ਹੋ ਲੈਣ ਦਿੰਦੇ ਤਾਂ। ਸਬਦੀਸ਼ ਜੀ ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ, ਆਵਾਜ਼ ਨਹੀਂ ਮੈਨੂੰ ਆ ਰਹੀ। ਓਕੇ, ਥੋੜੀ ਜਿਹੀ ਮੈਂ ਅੱਗੇ ਵਧਾਉਣਾ ਚਾਹੂੰਗਾ ਕਿ ਜੇ ਜੌਬ ਕ੍ਰੀਏਸ਼ਨ ਦੀ ਗੱਲ ਕਰੀਏ ਤੇ 20 ਲੱਖ ਜੌਬ ਦਾ ਵਾਅਦਾ ਕੀਤਾ ਗਿਆ। ਦਿਲਰਾਜ ਜੀ ਤੇ ਮੇਰੇ ਦੂਜੇ ਸਾਥੀਆਂ ਨੇ ਆਲਰੇਡੀ ਆਬਜੈਕਸ਼ਨ ਉਠਾਈ, ਇਸ ਗੱਲ ਤੇ ਉਠਾਈ ਸੀ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਜੋ ਮੈਨੀਫੈਸਟੋ ਜੌਬਾਂ ਦੀ ਗੱਲ ਕੀਤੀ ਉੱਤੇ ਸਵਾਲ ਉਠਾਏ ਗਏ ਸੀ। ਪਰ 20 ਲੱਖ ਜੌਬਸ ਦਾ ਵਾਅਦਾ ਕਰਕੇ ਕਿਤੇ ਨਾ ਕਿਤੇ ਸ਼੍ਰੋਮਣੀ ਦਲ ਦੇ ਉੱਤੇ ਵੀ ਇਹ ਸਵਾਲ ਜ਼ਰੂਰ ਉੱਠਦੇ ਆ ਕਿ 20 ਲੱਖ ਜੌਬ ਕਿੱਥੋਂ ਦਿੱਤੀ ਜਾਏਗੀ। ਪਰ ਨਾਲ ਹੀ ਕੁਝ ਰੋਡ ਮੈਪ ਜ਼ਰੂਰ ਦਿੱਤਾ ਗਿਆ ਵਾ। 1.5 ਲੱਖ ਜੌਬ ਸੁਖਬੀਰ ਬਾਦਲ ਦੇ ਹਿਸਾਬ ਨਾਲ ਹਰ 5 ਸਾਲ 'ਚ ਗਵਰਨਮੈਂਟ ਸੈਕਟਰ ਜਨਰੇਟ ਹੁੰਦੀ ਆ। ਜੋ ਰਿਟਾਇਰਮੈਂਟ ਚੱਲਦੀ ਰਹਿੰਦੀ ਉਹਦੇ ਕਾਰਨ ਉਹ ਵੈਕੈਂਸੀਜ਼ ਫਿਲ ਕਰਨੀ ਹੁੰਦੀ ਆ। 1.5 ਲੱਖ ਜੌਬਸ ਵੈਕੈਂਸੀਜ਼ ਨੂੰ ਉੱਥੇ ਸੁਖਬੀਰ ਬਾਦਲ ਨੇ ਫਿਲ ਕਰਨ ਦੀ ਗੱਲ ਕੀਤੀ ਆ। ਉਸ ਤੋਂ ਬਾਅਦ 2 IT ਹੱਬ ਬਣਾਏ ਜਾਣਗੇ, ਇੱਕ ਮੋਹਾਲੀ ਅਤੇ ਇੱਕ ਅੰਮ੍ਰਿਤਸਰ, ਜਿਹਦੇ ਵਿੱਚ ਕੀ ਸੁਖਬੀਰ ਬਾਦਲ ਇਹ ਕਹਿਣਾ ਲਗਭਗ ਦੂਜੇ 1.5 ਲੱਖ ਜੌਬਸ ਇੱਥੇ ਨਿਕਲਣਗੇ। ਮਾਲਵਾ ਅਤੇ ਬਠਿੰਡੇ ਦੀ ਗੱਲ ਕਰੀਏ ਤੇ ਟੈਕਸਟਾਈਲ ਹੱਬ ਬਣਾਇਆ ਜਾਏਗਾ ਮਾਲਵਾ ਅਤੇ ਬਠਿੰਡੇ ਏਰੀਆ ਨੂੰ। ਲੁਧਿਆਣਾ ਦੀ ਗੱਲ ਕਰੀਏ ਹੌਜ਼ਰੀ ਗਾਰਮੈਂਟਸ ਤੇ ਸਾਈਕਲ ਇੰਡਸਟਰੀ ਵਾਸਤੇ ਇੱਥੇ ਪੂਰਾ ਜ਼ੋਰ ਲਾਏਗੀ ਸ਼੍ਰੋਮਣੀ ਅਕਾਲੀ ਦਲ ਤਾਂ ਕਿ ਇਹ ਇੰਡਸਟਰੀ ਹੌਜ਼ਰੀ ਗਾਰਮੈਂਟ ਤੇ ਸਾਈਕਲ ਇੰਡਸਟਰੀ ਲੁਧਿਆਣੇ ਵਿੱਚ ਫਲ ਫੁੱਲ ਸਕੇ। ਰਾਜਪੁਰੇ ਦੀ ਗੱਲ ਕਰੀਏ ਤੇ 2500 ਏਕੜ ਦਾ ਇੰਡਸਟਰੀਅਲ ਹੱਬ ਇੱਥੇ ਡਿਵੈਲਪ ਕੀਤਾ ਜਾਏਗਾ, ਜਿਹਦੇ ਨਾਲ ਕਿ ਜੌਬਸ ਕਾਫੀ ਕ੍ਰੀਏਟ ਹੋਣਗੀਆਂ। ਨਿਊ ਚੰਡੀਗੜ੍ਹ ਦੀ ਗੱਲ ਕਰੀਏ ਤੇ ਪੂਰੇ ਇੰਡੀਆ ਦਾ ਲਾਰਜੈਸਟ ਮੈਡੀਕਲ ਹੱਬ ਇੱਥੇ ਬਣਾਇਆ ਜਾਏਗਾ। ਨਾਲ ਹੀ ਇੱਕ ਐਜੂਕੇਸ਼ਨ ਹੱਬ ਵੀ ਨਿਊ ਚੰਡੀਗੜ੍ਹ 'ਚ ਬਣਾਇਆ ਜਾਏਗਾ। ਤੇ ਇਹ ਸਭ ਕੁਝ
ਉਹ ਚੀਜ਼ਾਂ ਨੇ ਜੋ ਸੁਖਬੀਰ ਬਾਦਲ ਦੇ ਅਨੁਸਾਰ ਆਉਣ ਵਾਲੇ ਸਮੇਂ 'ਚ 20 ਲੱਖ ਜੌਬਾਂ ਕ੍ਰੀਏਟ ਕਰਨ 'ਚ ਸ਼੍ਰੋਮਣੀ ਅਕਾਲੀ ਦਲ ਦੀ ਹੈਲਪ ਕਰੂਗੀਆਂ। ਨਾਲ ਹੀ ਅੰਮ੍ਰਿਤਸਰ ਨੂੰ, ਜਿੱਥੇ ਕਿ ਅੰਮ੍ਰਿਤਸਰ 'ਚ ਇੱਕ ਹੈਰੀਟੇਜ ਸਟਰੀਟ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਨੂੰ ਇੱਕ ਹੈਰੀਟੇਜ ਸਟਰੀਟ ਦੇ ਕੇ ਟੂਰਿਜ਼ਮ ਵਧਾਉਣ ਦੀ ਗੱਲ ਕੀਤੀ ਆ, ਉੱਥੇ ਹੀ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਹੈਰੀਟੇਜ ਸਿਟੀ ਵਾਂਗੂ ਉਹ ਸੇਮ ਕਲਰ ਜਾਂ ਸੇਮ ਫਲੇਵਰ ਚ ਰੰਗ ਦਿੱਤਾ ਜਾਊਗਾ, ਜਿਹਦੇ ਨਾਲ ਕਿ ਟੂਰਿਜ਼ਮ ਗਰੋ ਹੋਣ ਦੀ ਗੱਲ ਕੀਤੀ ਜਾ ਰਹੀ ਆ ਤੇ 50,000 ਜੌਬਾਂ ਟੂਰਿਜ਼ਮ ਤੋਂ ਜਾਂ ਫਿਰ ਹੈਰੀਟੇਜ ਸਿਟੀ ਬਣਾਉਣ ਤੋਂ ਅੰਮ੍ਰਿਤਸਰ ਨੂੰ ਉੱਥੇ ਕ੍ਰੀਏਟ ਹੋਣਗੀਆਂ। ਕੁਝ ਏਦਾਂ ਦੀ ਇੱਕ ਰੋਡ ਮੈਪ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਵਿੱਚ ਆਉਣ ਵਾਲੇ ਅਗਲੇ 5 ਸਾਲ ਦੀ ਗੱਲਬਾਤ ਕਰਦੇ ਹੋਏ, ਜੌਬਸ ਕ੍ਰੀਏਸ਼ਨ ਦੀ ਗੱਲਬਾਤ ਕਰਦੇ ਹੋਏ, ਮੈਨੀਫੈਸਟੋ ਦੀ ਗੱਲਬਾਤ ਕਰਦੇ ਹੋਏ ਅੱਜ ਡਿਸਕਸ ਕੀਤਾ ਗਿਆ। ਜੇ ਮੇਰਾ ਕੋਈ ਵੀ ਸਾਥੀ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਸਰ ਜਿੰਨਾ ਇਹ ਗੱਲ ਕੁਝ ਮੈਂ ਪਹਿਲਾਂ ਵੀ ਕਹਿ ਹਰਪ੍ਰੀਤ ਕੇ ਜੀ ਹਟਿਆ ਤੁਸੀਂ ਤੇ ਇੱਕ ਮਿੰਟ ਜੀ, ਤੇ ਉਹ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਦੋਂ ਇਹ ਮੈਨੀਫੈਸਟੋ ਹੁੰਦੇ ਨੇ, ਅਸੀਂ ਉਸ ਪਾਰਟੀ ਨੂੰ ਕੋਈ ਵੀ ਜਿਹੜੀ ਮੈਨੀਫੈਸਟੋ ਬਣਾਉਂਦੀ ਆ, ਆਪਾਂ ਇੱਕ ਚੀਜ਼ ਤੋਂ ਤਾਂ ਹਿਸਾਬ ਲਾ ਸਕਦੇ ਹਾਂ ਕਿ ਜੇ ਸਾਰਾ ਨਹੀਂ ਤਾਂ ਕਾਫੀ ਪ੍ਰਤੀਸ਼ਤ ਜਿਹੜਾ ਹੈਗਾ ਮੈਨੀਫੈਸਟੋ, ਇਹ ਪਾਰਟੀ ਉਸ ਚੀਜ਼ ਨੂੰ ਟਾਰਗੇਟਸ ਨੂੰ ਅਚੀਵ ਕਰ ਸਕੇਗੀ ਕਿ ਨਹੀਂ ਕਰ ਸਕੇਗੀ। ਪਰ ਜੇ ਤੁਸੀਂ ਦੂਜੀਆਂ ਦੋਵੇਂ ਪਾਰਟੀਆਂ ਜਿਹੜੀਆਂ ਮੇਨ ਕੰਟੈਂਡਰ ਨੇ ਅੱਜ, ਉਹਨਾਂ ਨੂੰ ਵੇਖੋ, ਜਿੱਥੇ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਉਹਨਾਂ ਨੇ ਐਕਟੀਵਿਟੀ ਇੱਕ ਚੰਡੀਗੜ੍ਹ ਦੇ ਲਾਗੇ ਸ਼ਹਿਰ ਨੂੰ ਐਕਸਟੈਂਡ ਕਰਨ ਤੋਂ ਬਿਨਾਂ ਕੋਈ ਵੱਡੀ ਐਕਟੀਵਿਟੀ ਜਿਹੜੀ ਹੈਗੀ ਕਾਂਗਰਸ ਰਾਜ ਦੇ 5 ਸਾਲਾਂ ਅਮਰਿੰਦਰ ਸਿੰਘ ਦੇ ਵੇਲੇ ਦੀ ਕੋਈ ਨਜ਼ਰ ਪੰਜਾਬ 'ਚ ਨਹੀਂ ਆਉਂਦੀ ਹੈਗੀ। ਈਵਨ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਚੈਲੰਜ ਵੀ ਕੀਤਾ ਗਿਆ ਸੀ, ਤਾਂ ਵੀ ਉਹ ਇੱਕ ਪੈਚ ਵਰਕ ਤੋਂ ਬਿਨਾਂ ਕੋਈ ਅਚੀਵਮੈਂਟ ਨਹੀਂ ਦੱਸ ਸਕੇ ਸੀ। ਔਰ ਦੂਸਰੇ ਪਾਸੇ ਦਿੱਲੀ ਦੇ ਵਿੱਚ ਜੇ ਕੱਲੀ ਉਹਨਾਂ ਦੀ ਮੁਹੱਲਾ ਕਲੀਨਿਕ ਦਾ ਹੀ ਦੇਖ ਲਓ, ਉਹਨਾਂ ਨੇ 1000 ਮੁਹੱਲਾ ਕਲੀਨਿਕ ਸੀ, ਪਰ ਅੱਜ ਉਹ 2.5 ਸਾਲਾਂ ਵਿੱਚ 100 ਦੀ ਗਿਣਤੀ ਤੇ ਵੀ ਨਹੀਂ ਪਹੁੰਚ ਸਕੇ। ਤਾਂ ਇੱਕ ਚੀਜ਼ ਸਮਝ ਆਉਂਦੀ ਹੈ ਕਿ ਉਹ ਆਪਣੇ ਟਾਰਗੇਟਸ ਨੂੰ ਉਹਨਾਂ ਅਚੀਵ ਕਰਨ ਦੇ ਕਾਬਿਲ ਨਹੀਂ ਹੈਗੇ। ਪਰ ਜਿਹੜਾ ਇਨਫਰਾਸਟ੍ਰਕਚਰ ਦਾ ਕੰਮ ਜਿਹੜਾ ਹੈਗਾ, ਚਾਹੇ ਉਹ ਹਵਾਈ ਜਿਹੜੇ ਅੱਡੇ ਨੇ ਉਹਨਾਂ ਦਾ ਹੋਵੇ, ਚਾਹੇ ਰੋਡਸ ਦਾ ਹੋਵੇ, ਚਾਹੇ ਸਭ ਤੋਂ ਵੱਡੀ ਗੱਲ ਪਾਵਰ ਜਿਹੜੀ ਹੈਗੀ ਹਮੇਸ਼ਾ ਡੈਫਿਸਿਟ ਰਹਿਣਾ ਸੀ ਪੰਜਾਬ 'ਚ। ਇਹ ਤਿੰਨਾਂ ਚੀਜ਼ਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅਕਾਲੀ ਦਲ ਨੇ ਕਾਫੀ ਹੱਦ ਤੱਕ ਜਿਹੜਾ ਹੈਗਾ ਆਪਣੀ ਟਾਰਗੇਟਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਵਿੱਚ ਕਾਮਯਾਬ ਹੋਏ ਨੇ। ਤਾਂ ਉਸ ਤੋਂ ਇੰਨਾ ਤਾਂ ਅਸੀਂ ਆਸ ਵੱਧ ਸਕਦੀ ਹੈ ਕਿ ਜੇ ਨਵੀਆਂ ਉਹਨਾਂ ਨੇ ਜਿਹੜੇ ਟਾਰਗੇਟਸ ਹੁਣ ਆਪਣੇ ਜੌਬ ਕ੍ਰੀਏਸ਼ਨ ਦੇ ਔਰ ਇਨਫਰਾਸਟ੍ਰਕਚਰ ਨੂੰ ਹੋਰ ਡਿਵੈਲਪ ਕਰਨ ਦੇ ਰਹੇ ਨੇ, ਔਰ ਐਜੂਕੇਸ਼ਨ ਔਰ ਮੈਡੀਕਲ ਹੱਬ ਬਣਾਉਣ ਦੀ ਗੱਲ ਕਰ ਰਹੇ ਨੇ, ਤਾਂ ਉਹਦੇ ਵਿੱਚ ਘੱਟੋ ਘੱਟ ਦੂਜੀਆਂ ਪਾਰਟੀਆਂ ਨਾਲੋਂ ਇਸ ਪੱਖ ਤੋਂ ਉਹਨਾਂ ਦਾ ਟਰੈਕ ਰਿਕਾਰਡ ਬੈਟਰ ਹੈ। ਸੋ ਅਸੀਂ ਆਸ ਕਰ ਸਕਦੇ ਹਾਂ ਕਿ ਅੱਗੇ ਵਾਸਤੇ ਉਹ ਸ਼ਾਇਦ ਆਪਣੇ ਟਾਰਗੇਟ ਨੂੰ ਪੂਰਾ ਕਰ ਸਕਣ, ਪਰ ਦੂਜੀਆਂ ਪਾਰਟੀਆਂ ਦਾ ਕੋਈ ਹੈ ਨਹੀਂ। ਇੱਕ ਗੱਲ ਵਿੱਚੋਂ ਕੀਤੀ ਸੀ, ਜਿਹੜਾ ਸਭ ਤੋਂ ਵੱਡੀ ਗੱਲ ਇਹਨਾਂ ਦੇ ਅਗੇਂਸਟ ਜਾਂਦੀ ਹੈ, ਉਹ ਇਹ ਸੀ ਨਸ਼ਿਆਂ ਵਾਲੀ। ਜਿਵੇਂ ਆਪਣੇ ਦਿਲਰਾਜ ਸਿੰਘ ਉਹਨਾਂ ਨੇ ਗੱਲ ਕੀਤੀ ਆ, ਮੇਰਾ ਖਿਆਲ ਹੈ ਉਹਨਾਂ ਨੇ ਕਦੇ ਬਿਲਕੁਲ ਨਹੀਂ ਕਿਹਾ ਹੈਗਾ ਕਿ ਪੰਜਾਬ ਵਿੱਚ ਨਸ਼ਾ ਨਹੀਂ। ਉਹ ਇਹ ਕਹਿੰਦੇ ਰਹੇ ਨੇ ਕਿ ਨਸ਼ਾ ਜਿਹੜਾ ਹੈਗਾ ਉਹ ਇੱਕ ਵਰਲਡ ਦੀ ਪ੍ਰੋਬਲਮ ਹੈ, ਸਾਰੇ ਹਿੰਦੁਸਤਾਨ ਦੀ ਪ੍ਰੋਬਲਮ ਹੈ, ਇਕੱਲੇ ਪੰਜਾਬ ਦੀ ਨਹੀਂ। ਪੰਜਾਬ ਨੂੰ ਆਊਟ ਆਫ ਪ੍ਰਪੋਰਸ਼ਨ ਜਾ ਕੇ ਬਦਨਾਮ ਕੀਤਾ ਜਾ ਰਿਹਾ ਸੀ। ਉਹਨਾਂ ਦਾ ਇਹ ਬਿਆਨ ਹੁੰਦਾ ਸੀ। ਜੇ ਉਹਨੂੰ ਦੇਖਦੇ ਹੋਏ ਉਹ ਹੁਣ ਕਹਿੰਦੇ ਨੇ ਅਸੀਂ ਟਾਸਕ ਫੋਰਸ ਬਣਾਵਾਂਗੇ, ਤਾਂ ਇਹ ਕੋਈ ਬੁਰੀ ਗੱਲ ਨਹੀਂ ਹੈਗੀ ਔਰ ਇਹ ਅਸਲੀਅਤ ਵੀ ਹੈਗੀ। ਅਜੀਤ ਜੀ ਦੋ ਕਦਮ ਅੱਗੇ ਨਿਕਲ ਗਈ। ਲੈਟ ਹਿਮ ਫਿਨਿਸ਼, ਦਿਲਰਾਜ ਜੀ ਲੈਟ ਹਿਮ ਫਿਨਿਸ਼ ਪਲੀਜ਼। ਅਜੀਤ ਜੀ ਪਲੀਜ਼ ਗੱਲ ਪੂਰੀ ਕਰ ਲਓ। ਹਾਂ, ਮੈਨੂੰ ਲੱਗਦਾ ਹੈ ਕਿ ਇਸ ਗੱਲ 'ਚ ਕੋਈ ਝੂਠ ਨਹੀਂ ਜੇ ਉਹ ਕਹਿਣ ਸਾਰਿਆਂ ਦੀ ਪ੍ਰੋਬਲਮ ਆ। ਔਰ ਇਹ ਵੀ ਆਪਾਂ ਦੇਖ ਚੁੱਕੇ ਹਾਂ, ਆਪਣੇ ਚੈਨਲ ਨੇ ਵੀ ਉੱਥੇ ਦਿੱਲੀ ਦੇ ਵੀ ਸਰਵੇ ਕਰਾਇਆ ਸੀ ਕਿ ਉੱਥੇ ਵੀ ਧੜਾ ਇੱਕ ਦਿਨ 'ਚ ਜਾ ਕੇ ਸਾਰਿਆਂ ਨੂੰ, ਜੇ ਇੱਥੇ ਕਿਹਾ ਜਾਂਦਾ ਨਾ ਕਿ ਨਮਕ ਦੀ ਥੈਲੀ ਨਾਲੋਂ ਛੇਤੀ ਨਸ਼ਾ ਮਿਲ ਜਾਂਦਾ, ਤਾਂ ਨਸ਼ਾ ਉੱਥੇ ਵੀ ਸਾਡੀ ਟੀਮ ਨੂੰ ਇੱਕ ਦਿਨ 'ਚ ਮਿਲ ਗਿਆ ਸੀ। ਪਰ ਅੱਜ ਤੱਕ ਕਿਸੇ ਪਾਰਟੀ ਨੇ ਇਹ ਨਹੀਂ ਗੱਲ ਕੀਤੀ ਕਿ ਦਿੱਲੀ 'ਚ ਜਿਹੜਾ ਉੱਥੇ ਨਸ਼ਾ ਵਿਕਦਾ ਰਿਹਾ, ਕਿਉਂਕਿ 2 ਸਾਲ ਪਹਿਲਾਂ ਤੱਕ ਕਾਂਗਰਸ ਪਾਰਟੀ ਦਾ ਰਾਜ ਸੀ ਉੱਥੇ, ਤੇ ਹੁਣ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਰਾਜ ਆ ਗਿਆ। ਸੋ ਇਹ ਨਸ਼ੇ ਦੀ ਬਹੁਤ ਬੜੀ ਔਰ ਬੜੀ ਖਤਰਨਾਕ ਸਮੱਸਿਆ ਹੈ। ਪਰ ਜੇ ਤੁਸੀਂ ਉਹਦੇ ਤੇ ਇਹ ਕਹੋ ਕਿ ਪਹਿਲਾਂ ਉਹ ਮੰਨਦੇ ਨਹੀਂ ਸੀ ਹੁਣ ਮੰਨਣ ਲੱਗ ਗਏ ਨੇ, ਜਾਂ ਦੂਜੀਆਂ ਪਾਰਟੀਆਂ ਜੇ ਮੰਨਦੀਆਂ ਨਹੀਂ ਤਾਂ ਉਹਨਾਂ ਦੇ ਰਾਜ 'ਚ ਨਹੀਂ ਸੀ, ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ।
ਓਕੇ, ਮੈਂ ਅਜੀਤ ਜੀ ਦੇ ਜੋ ਪਹਿਲਾ ਪੁਆਇੰਟ ਸੀ ਮੈਂ ਉੱਤੇ ਜਾਣਾ ਚਾਹੂੰਗਾ ਕਿ ਮੇਰੇ ਦੂਜੇ ਪੈਨਲਿਸਟ ਵੀ ਉੱਤੇ ਐਗਰੀ ਕਰਦੇ ਨੇ ਕਿ ਜੇ ਜੌਬ ਕ੍ਰੀਏਸ਼ਨ ਜਾਂ ਇਨਫਰਾਸਟ੍ਰਕਚਰ ਜੋ ਗੱਲ ਕੀਤੀ ਗਈ ਆ, ਬਕਾਇਦਾ ਸ਼ਹਿਰਾਂ ਦੇ ਨਾਂ ਲੈ ਕੇ ਜਾਂ ਏਰੀਆ ਦੇ ਨਾਂ ਲੈ ਕੇ ਐਗਜ਼ਾਮਪਲ ਦਿੱਤੇ ਗਏ ਨੇ ਕਿਹੜੀ ਇੰਡਸਟਰੀ ਕਿੱਥੇ ਸੈੱਟ ਕਰਨ ਦੀ ਕੋਸ਼ਿਸ਼ ਕਰੂਗੀ ਆਉਣ ਵਾਲੀ ਜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਹੁੰਦੀ ਆ। ਇੱਕ ਬਾਕੀ ਪਾਰਟੀਆਂ ਤੋਂ ਬੈਟਰ ਪਲਾਨ ਦਿੱਤਾ ਗਿਆ ਵਾ ਤੇ ਕੀ ਮੇਰੇ ਤੁਸੀਂ ਬਾਕੀ ਸਾਥੀ ਵੀ ਐਗਰੀ ਕਰਦੇ ਨੇ ਜੋ ਅਜੀਤ ਜੀ ਕਹਿ ਰਹੇ ਨੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਬੀਜੇਪੀ ਗੱਠਜੋੜ ਦਾ ਅਪਰ ਹੈਂਡ ਆ? ਸਰ ਹਰਪ੍ਰੀਤ ਜੀ, ਜੇ ਅਸੀਂ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਇੱਕ ਗੱਲ ਤੇ ਬਹੁਤ ਕਲੀਅਰ ਹੈ ਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ ਤੇ ਪੰਜਾਬ ਨੇ ਜੇ ਭਵਿੱਖ ਦੇ ਵਿੱਚ ਵਿਕਾਸ ਕਰਨਾ ਤੇ ਉਹਨੂੰ ਇੰਡਸਟਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹ ਜਿਹੜੀ ਇੰਡਸਟਰੀ ਹੋਵੇ ਉਹ ਕੁਦਰਤੀ ਤੌਰ ਦੇ ਉੱਤੇ ਸਾਡੀ ਹਮੇਸ਼ਾ ਡਿਮਾਂਡ ਰਹਿੰਦੀ ਹੈ ਕਿ ਉਹ ਖੇਤੀ ਦੇ ਨਾਲ ਜੁੜੀ ਹੋਈ ਇੰਡਸਟਰੀ ਹੋਣੀ ਚਾਹੀਦੀ ਹੈ। ਜੇ ਬਠਿੰਡਾ ਖੇਤਰ ਦੇ ਵਿੱਚ ਟੈਕਸਟਾਈਲ ਨੂੰ ਡਿਵੈਲਪ ਕੀਤਾ ਜਾਂਦਾ ਤਾਂ ਲਾਜ਼ਮੀ ਤੌਰ ਤੇ ਬਠਿੰਡਾ ਦੀ ਕਿਸਾਨੀ ਨੂੰ ਉਹਦਾ ਫਾਇਦਾ ਹੋਏਗਾ। ਇਸੇ ਤਰ੍ਹਾਂ ਜੇ ਚੰਡੀਗੜ੍ਹ, ਜਿਹਨੂੰ ਨਿਊ ਚੰਡੀਗੜ੍ਹ ਦਾ ਨਾਂ ਦਿੱਤਾ ਗਿਆ ਵਾ, ਜਿਹੜਾ ਪੰਜਾਬ ਦੇ ਵਿੱਚ ਹੀ ਉਸਾਰਿਆ ਜਾਣਾ, ਜੇ ਉਹਦੇ ਵਿੱਚ ਮੈਡੀਕਲ ਹੱਬ ਬਣਦੀ ਹੈਗੀ ਤਾਂ ਉਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਫਾਇਦਾ ਹੋਏਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਇਸੇ ਤਰ੍ਹਾਂ ਜੇ ਅੰਮ੍ਰਿਤਸਰ ਦੇ ਵਿੱਚ ਸਨਅਤੀਕਰਨ ਨੂੰ ਤੇਜ਼ ਕੀਤਾ ਜਾਂਦਾ ਤਾਂ ਇਹਦੇ 'ਚ ਕੋਈ ਸ਼ੰਕਾ ਨਹੀਂ। ਜੇ ਰਾਜਪੁਰਾ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਡਿਜ਼ਾਈਨ ਕਰਕੇ ਜਾਂ ਮੋਹਾਲੀ, ਜਿਹੜੇ ਦੋਨੋਂ ਕਿਸੇ ਵੇਲੇ ਬਹੁਤ ਵੱਡੇ ਸੈਂਟਰ ਬਣ ਗਏ ਸੀ ਇੰਡਸਟਰੀ ਦੇ ਔਰ ਬੁਰੀ ਤਰ੍ਹਾਂ ਫੇਲ ਹੋ ਗਏ ਨੇ, ਜੇ ਇਹਨਾਂ ਨੂੰ ਰਿਵਾਈਵ ਕੀਤਾ ਜਾਂਦਾ ਔਰ ਦੁਬਾਰਾ ਪੈਰਾਂ ਸਿਰ ਖੜਾ ਕੀਤਾ ਜਾਂਦਾ ਇੰਡਸਟਰੀ ਦੇ ਪੱਖ ਤੋਂ ਤਾਂ ਮੈਂ ਸਮਝਦਾ ਇਹ ਪੰਜਾਬ ਦੇ ਲਈ ਸੱਚਮੁੱਚ ਭਲੇ ਦੀ ਗੱਲ ਹੋਏਗੀ। ਪਰ ਅਗਲਾ ਮਸਲਾ ਜਿਹੜਾ ਬਹੁਤ ਗੰਭੀਰ ਹੈ, ਜਿਹਦੇ ਬਾਰੇ ਸਾਨੂੰ ਸੋਚੇ ਜਾਣ ਦੀ ਜ਼ਰੂਰਤ ਹੈ ਕਿ ਜਿਹੜੇ ਸ਼ਹਿਰਾਂ ਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਾਂ ਲਿਆ, ਲਗਭਗ ਉਹਨਾਂ ਸ਼ਹਿਰਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਆਲੇ ਦੁਆਲੇ ਖੇਤਰ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਪਹਿਲਾਂ ਹੀ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ। ਜੇ ਉਹਨਾਂ ਸ਼ਹਿਰਾਂ ਦੇ ਨਾਲ ਜੁੜੇ ਹੋਏ ਖੇਤਰਾਂ ਦੇ ਵਿੱਚ ਖੇਤੀ ਦੀ ਯੋਗ ਭੂਮੀ ਨੂੰ ਅਕਵਾਇਰ ਕੀਤਾ ਜਾਂਦਾ ਤਾਂ ਲਾਜ਼ਮੀ ਤੌਰ ਦੇ ਉੱਤੇ ਇੱਕ ਨਵੀਂ ਕਿਸਮ ਦੇ ਸੰਕਟ ਦੇ ਵਿੱਚੋਂ ਸਰਕਾਰ ਨੂੰ ਗੁਜ਼ਰਨਾ ਪਏਗਾ। ਟਰਾਈਡੈਂਟ ਦੇ ਅੰਦੋਲਨ ਨੂੰ ਜਿਹੜਾ ਅਸੀਂ ਮਾਲਵੇ ਦੇ ਖੇਤਰ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਦੇਖਿਆ, ਉਸ ਗੱਲ ਬਾਰੇ ਸਰਕਾਰ ਨੂੰ ਲਾਜ਼ਮੀ ਤੌਰ ਤੇ ਸੋਚਣਾ ਪਏਗਾ, ਕਿਉਂਕਿ ਕੁਦਰਤੀ ਗੱਲ ਇਹ ਹੈਗੀ ਕਿ ਸਰਕਾਰ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਮੀਨਾਂ ਜਿਹੜੀਆਂ ਉਹ ਕਿਸਾਨਾਂ ਕੋਲੋਂ ਹਾਸਲ ਕਰਨੀਆਂ ਪੈਣਗੀਆਂ ਔਰ ਕਿਸਾਨਾਂ ਕੋਲੋਂ ਉਸ ਵੇਲੇ ਜ਼ਮੀਨਾਂ ਹਾਸਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਜਦੋਂ ਪੰਜਾਬ ਦੀ ਕਿਸਾਨੀ ਕੋਲੇ ਖੇਤੀ ਤੋਂ ਬੈਟਰ ਕੋਈ ਹਾਲ ਦੀ ਘੜੀ ਕੋਈ ਮਾਡਲ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਕਿਵੇਂ ਅੱਗੇ ਜਾ ਕੇ ਵਿਕਸਿਤ ਕਰ ਸਕਦੇ ਨੇ। ਇੱਕ ਦੌਰ ਉਹ ਵੀ ਸੀ ਕਿ ਪੰਜਾਬ ਦੇ ਕਿਸਾਨ ਜੇ ਪੰਜਾਬ ਦੇ ਵਿੱਚ ਜ਼ਮੀਨਾਂ ਵੇਚ ਲੈਂਦੇ ਨੇ ਤਾਂ ਉਹ ਯੂਪੀ ਦੇ ਵਿੱਚ ਜਾ ਕੇ ਉਨੀਆਂ ਜ਼ਮੀਨਾਂ ਦੇ ਨਾਲੋਂ ਡਬਲ ਟ੍ਰਿਪਲ ਜ਼ਮੀਨ ਖਰੀਦ ਸਕਦੇ ਸੀ, ਪਰ ਉਹ ਆਪਸ਼ਨ ਵੀ ਹੌਲੀ ਹੌਲੀ ਹੁਣ ਪੰਜਾਬ ਦੇ ਕਿਸਾਨਾਂ ਕੋਲੋਂ ਖੁੱਸ ਚੁੱਕੀ ਹੈ। ਔਰ ਇਹ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਧਿਆਨ ਵਿੱਚ ਰੱਖੇ ਬਿਨਾਂ ਤੁਸੀਂ ਅੱਗੇ ਨਹੀਂ ਤੁਰ ਸਕਦੇ। ਸੁਖਬੀਰ ਸਿੰਘ ਬਾਦਲ ਨੇ ਇਹਨਾਂ ਗੱਲਾਂ ਬਾਰੇ ਹਾਲ ਦੀ ਘੜੀ ਕੋਈ ਬਹੁਤ ਜ਼ਿਆਦਾ ਕਲੀਅਰ ਤਰੀਕੇ ਦੇ ਨਾਲ ਗੱਲ ਨਹੀਂ ਕੀਤੀ। ਇੱਕ ਗੱਲ ਜਿਹੜੀ ਪਿਛਲੀ ਵਾਰ ਕਰਦੇ ਮੇਰੀ ਰਹਿ ਗਈ, ਪੰਜਾਬ ਨੂੰ ਵਾਈਫਾਈ ਦੇ ਨਾਲ ਜੋੜ ਦੇਣਾ ਕੋਈ ਬਹੁਤ ਵੱਡੀ ਗੱਲ ਨਹੀਂ। ਪੰਜਾਬ ਲਗਭਗ ਪੂਰੀ ਤਰ੍ਹਾਂ ਪਹਿਲਾਂ ਹੀ ਮੋਬਾਈਲ ਦੇ ਰਾਹੀਂ ਜਿਹੜਾ ਉਹ ਵਰਕਿੰਗ ਕਰ ਰਿਹਾ ਵਾ। ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਖੇਤਰ ਹੋਵੇ ਜਿੱਥੇ ਮੋਬਾਈਲ ਦੀ ਸਮੱਸਿਆ ਆਉਂਦੀ ਹੋਵੇ ਚੱਲਣ ਦੇ ਵਿੱਚ, ਇਹ ਨੈਟਵਰਕ ਮਿਲ ਜਾਂਦਾ। ਇਸ ਕਰਕੇ ਪੇਂਡੂ ਖੇਤਰ ਤੱਕ ਵੀ ਵਾਈਫਾਈ ਚਲਾ ਜਾਏਗਾ, ਪਰ ਸਵਾਲ ਫਿਰ ਉਹੀ ਪੈਦਾ ਹੁੰਦਾ ਕਿ ਪੇਂਡੂ ਖੇਤਰ ਤੱਕ ਵਾਈਫਾਈ ਨੂੰ ਡਿਵੈਲਪ ਕਰਨਾ ਜਿਹੜਾ ਕੁਦਰਤੀ ਤੌਰ ਦੇ ਉੱਤੇ ਪੇਡ ਹੋਏਗਾ ਸਰਕਾਰ ਲਈ ਜਾਂ ਕੰਪਨੀਆਂ ਲਈ, ਜੀਓ ਜਿਵੇਂ ਪੰਜਾਬ ਦੇ ਵਿੱਚ ਆਏਗੀ ਲਾਜ਼ਮੀ ਤੌਰ ਦੇ ਉੱਤੇ, ਉਹਨਾਂ ਲਈ ਤੇ ਕੋਈ ਦਿੱਕਤ ਨਹੀਂ, ਪਰ ਪੰਜਾਬ ਦੇ ਲੋਕ ਜਿਨ੍ਹਾਂ ਨੇ ਉਹਦਾ ਇਸਤੇਮਾਲ ਕਰਨਾ ਉਹਨਾਂ ਕੋਲੇ ਉਹਦੇ ਇਸਤੇਮਾਲ ਲਈ ਉਹਨਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਕਿੱਥੋਂ ਹੋਣਗੇ, ਇਹ ਗੱਲ ਲਾਜ਼ਮੀ ਤੌਰ ਤੇ ਵੇਖਣ ਵਾਲੀ ਹੋਏਗੀ। ਕਿਉਂਕਿ ਸੜਕਾਂ ਤਾਂ ਬਣ ਜਾਂਦੀਆਂ ਪਰ ਸੜਕਾਂ ਦੇ ਉੱਤੇ ਚੱਲਣ ਵਾਲੇ ਜਿਹੜੇ ਆਮ ਲੋਕ ਨੇ, ਜਿਹੜੇ ਸਟਿਲ ਵੀ ਸਾਈਕਲ ਦੇ ਉੱਤੇ ਚੱਲਦੇ ਨੇ, ਸਟਿਲ ਵੀ ਜਿਨ੍ਹਾਂ ਕੋਲੇ ਬਹੁਤ ਵੱਡੇ ਰੁਜ਼ਗਾਰ ਨਹੀਂ ਆ, ਉਹਨਾਂ ਲਈ ਤੇ ਅਸੀਂ ਹਾਲ ਦੀ ਘੜੀ ਕੁਝ ਨਹੀਂ ਕਰ ਸਕੇ। ਕਿਸਾਨੀ ਨੂੰ ਅਸੀਂ ਸੰਕਟ ਤੋਂ ਨਹੀਂ ਕੱਢ ਸਕੇ। ਕਿਸਾਨੀ ਨੂੰ ਸੰਕਟ ਚੋਂ ਕਿਵੇਂ ਕੱਢਿਆ ਜਾਏਗਾ? ਮਜ਼ੇਦਾਰ ਗੱਲ ਹੈ ਕਿ ਇਸ ਪੂਰੇ ਮੈਨੀਫੈਸਟੋ ਦੇ ਵਿੱਚ ਬਹੁਤ ਵੱਡੀ ਕੋਈ ਧਾਰਾ ਸ਼ਾਮਲ ਨਹੀਂ ਕੀਤੀ ਗਈ ਕਿਸਾਨੀ ਸੰਕਟ ਨਾਲ ਜੋੜ ਕੇ। ਡਿਵੈਲਪਮੈਂਟ ਦੇ ਨਾਂ ਤੇ ਜੋ ਕੁਝ ਦੱਸਿਆ ਗਿਆ ਉਹਦੇ ਚ ਕਿਸਾਨੀ ਕਿਤੇ ਤੁਹਾਨੂੰ ਬਹੁਤ ਜ਼ਿਆਦਾ ਨਜ਼ਰ ਨਹੀਂ ਆਉਂਦੀ। ਵਿਦਿਅਕ ਖੇਤਰ ਦੇ ਵਿੱਚ ਕਿਵੇਂ ਸੁਧਾਰ ਕੀਤਾ ਜਾਏਗਾ, ਆਮ ਬੰਦਾ ਕਿਵੇਂ ਐਜੂਕੇਸ਼ਨ ਲੈ ਸਕੇਗਾ, ਉਹਦੇ ਬਾਰੇ ਤੁਹਾਨੂੰ ਪੂਰੇ ਮੈਨੀਫੈਸਟੋ ਦੇ ਵਿੱਚ ਇੱਕ ਅੱਖਰ ਵੀ ਨਜ਼ਰ ਨਹੀਂ ਆਉਂਦਾ। ਜਿੰਨਾ ਕੁਝ ਵੀ ਕਿਹਾ ਗਿਆ ਉਹ ਬਿਲਕੁਲ ਉਹਨਾਂ ਕਲਾਸਾਂ ਲਈ ਕਿਹਾ ਗਿਆ ਜਿਹੜੀਆਂ
ਆਲਰੇਡੀ ਮਹਿੰਗੀ ਵਿੱਦਿਆ ਲੈ ਸਕਦੀਆਂ ਨੇ। ਮੈਡੀਕਲ ਹੱਬ ਬਣਨ ਦਾ ਮਤਲਬ ਹੈ ਜਿਹੜੇ ਲੋਕ ਉਹ ਮੈਡੀਕਲ ਦੀ ਮਹਿੰਗੀ ਵਿੱਦਿਆ ਲੈ ਸਕਦੇ ਆ ਉਹਨਾਂ ਦੀ ਭਲਾਈ ਹੈ। ਪਰ ਆਮ ਬੰਦਾ ਜਿਹੜੀ ਵਿੱਦਿਆ ਲੈ ਕੇ ਥੋੜੀ ਬਹੁਤੀ ਸਕਿੱਲ ਹਾਸਲ ਕਰ ਸਕਦਾ, ਉਸ ਕਿਸਮ ਦੇ ਐਜੂਕੇਸ਼ਨ ਮਾਡਲ ਨੂੰ ਬਿਲਕੁਲ ਨਹੀਂ ਲਿਆਂਦਾ ਗਿਆ। ਔਰ ਜੇ ਤੁਸੀਂ ਭਵਿੱਖ ਦੇ ਵਿੱਚ ਇੰਡਸਟਰੀਲਾਈਜੇਸ਼ਨ ਵੀ ਕਰਨੀ ਹੈ ਪੰਜਾਬ ਦੀ, ਤਾਂ ਤੁਹਾਨੂੰ ਆਮ ਬੰਦੇ ਨੂੰ ਸਕਿਲਡ ਬਣਾਉਣ ਬਾਰੇ ਵੀ ਇੱਕ ਰੋਡ ਮੈਪ ਤਿਆਰ ਕਰਨਾ ਚਾਹੀਦਾ। ਔਰ ਪੂਰੇ ਮੈਨੀਫੈਸਟੋ ਦੇ ਵਿੱਚ, ਈਵਨ ਸਾਰੀਆਂ ਪਾਰਟੀਆਂ ਦੀ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਿਤੇ ਵੀ ਨਜ਼ਰ ਨਹੀਂ ਆਉਂਦੀ ਕਿ ਆਮ ਬੰਦੇ ਨੂੰ ਸਕਿੱਲ ਕਰਕੇ ਉਹਨੂੰ ਆਮ ਬੰਦੇ ਨੂੰ ਯੋਗ ਬਣਾ ਕੇ ਕਿਵੇਂ ਅਸੀਂ ਉਹਨੂੰ ਰੁਜ਼ਗਾਰ ਦੇ ਉੱਤੇ ਲਗਾ ਸਕਦੇ ਹਾਂ। ਸਾਰੀਆਂ ਪਾਰਟੀਆਂ ਕੋਲ ਇਹੋ ਜਿਹਾ ਕੋਈ ਮਾਡਲ ਪੰਜਾਬ ਦੇ ਵਿੱਚ ਘੱਟੋ ਘੱਟ ਨਜ਼ਰ ਨਹੀਂ ਆ ਰਿਹਾ। ਥੋੜਾ ਜਿਹਾ ਆਈ ਥਿੰਕ ਦਿਲਰਾਜ ਜੀ ਵੀ ਵਿੱਚ ਕੁਝ ਗੱਲ ਕਹਿਣਾ ਚਾਹੁੰਦੇ ਨੇ। ਦੋ ਮੁੱਦੇ ਜਿਹੜਾ ਇਹਨਾਂ ਨੇ ਸਵਾਲ ਉਠਾਇਆ ਅਜੀਤ ਜੀ ਇੱਕ ਮਿੰਟ ਜੇ ਮੈਨੂੰ ਦੇ ਦੋਗੇ ਤਾਂ ਬੜੀ ਮਿਹਰਬਾਨੀ ਹੋਏਗੀ। ਬਹੁਤ ਦੇਰ ਤੋਂ ਮੈਂ ਕੋਸ਼ਿਸ਼ ਕਰਦਾ ਪਿਆ ਹਾਂ। ਹਾਂਜੀ ਦਿਲਰਾਜ ਜੀ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਨੇ। ਇੱਕ ਮਿੰਟ ਦਿਲਰਾਜ ਜੀ, ਦੋ ਮੁੱਦੇ ਇੱਥੇ ਜੋ ਮੇਰੇ ਪੈਂਡਿੰਗ ਨੇ ਇਸ ਟਾਈਮ ਜਿੱਤੇ ਮੈਂ ਜ਼ਰੂਰ ਗੱਲ ਕਰਨਾ ਚਾਹੂੰਗਾ। ਆਈ ਥਿੰਕ ਦਿਲਰਾਜ ਜੀ ਇੱਕ ਜੋ ਤੁਸੀਂ ਕਾਊਂਟਰ ਕਰਨਾ ਚਾਹੁੰਦੇ ਜੋ ਉਸ ਮੁੱਦਾ, ਤੇ ਦੂਜਾ ਸਕਿੱਲ ਸੈਂਟਰ ਬਾਰੇ ਮੈਂ ਜ਼ਰੂਰ ਗੱਲ ਕਰਨਾ ਚਾਹੂੰਗਾ। ਦਿਲਰਾਜ ਜੀ ਪਲੀਜ਼। ਸਰ ਉਸ ਤੋਂ ਪਹਿਲੇ ਵੀ ਮੈਨੂੰ ਲੱਗਦਾ ਕਿ ਮੈਂ ਪਿਛਲੇ 2012 ਦੇ 6-7 ਵਾਅਦੇ ਤੁਹਾਨੂੰ ਗਿਣਾਉਣਾ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਸੁਖਬੀਰ ਬਾਦਲ ਸਾਹਿਬ ਨੇ ਕਿੰਨੇ ਕੁ ਕੰਮ ਪਿਛਲੀ ਵਾਰ ਕਰਵਾਇਆ ਤੇ ਕਿੰਨਾ ਹੁਣ ਕਰਵਾਉਣਗੇ। ਗੱਲ ਹੋਈ ਸੀ ਮੈਟਰੋ ਚਲਾਉਣ ਦੀ। ਮੈਟਰੋ ਚਲਾਉਣ ਦਾ ਦਾਅਵਾ ਕੀਤਾ ਗਿਆ ਸੀਗਾ, ਪੂਰੀ ਤਰ੍ਹਾਂ ਕਿਤੇ ਮੈਟਰੋ ਨਹੀਂ ਚੱਲੀ। ਮੁਫਤ ਲੈਪਟਾਪ, ਡਾਟਾ ਕਾਰਡ ਤੇ ਵਾਈਫਾਈ ਦੀ ਗੱਲ ਕੀਤੀ ਗਈ ਸੀ, ਕਿਤੇ ਨਹੀਂ ਲੱਗੇ। ਉਸ ਤੋਂ ਬਾਅਦ ਗਰੀਬਾਂ ਨੂੰ ਫ੍ਰੀ ਗੈਸ ਕਨੈਕਸ਼ਨ ਦੀ ਗੱਲ ਹੋਈ ਸੀ, ਕਿਤੇ ਨਹੀਂ ਕੁਛ ਹੋਇਆ। ਸ਼ਹਿਰਾਂ ਦੇ ਵਿੱਚ ਏਸੀ ਬੱਸ ਸਟੈਂਡ ਬਣਾਉਣ ਦੀ ਗੱਲ ਹੋਈ ਸੀ, ਕਿਤੇ ਨਹੀਂ ਕੁਛ ਹੋਇਆ। ਪ੍ਰਦੂਸ਼ਣ ਮੁਕਤੀ ਦੀ ਗੱਲ ਕੀਤੀ ਗਈ ਸੀ, ਸਰ ਸੀਚੇਵਾਲ ਦੇ ਨਾਲ ਮਿਲ ਕੇ, ਕੁਛ ਨਹੀਂ ਹੋਇਆ। ਏਦਾਂ ਦੇ ਅਨੇਕ ਵਾਅਦੇ ਜਿਹੜੇ ਬੇਜ਼ਮੀਨੀ ਗਰੀਬ ਸੀਗੇ ਉਹਨਾਂ ਨੂੰ 5 ਮਰਲੇ ਦਾ ਪਲਾਟ ਦੇਣ ਦੀ ਗੱਲ ਕੀਤੀ ਗਈ ਸੀ, ਉਹਦੇ ਤੇ ਵੀ ਕੋਈ ਕੰਮ ਨਹੀਂ ਹੋਇਆ। ਇਹ ਸਾਰੇ ਉਹੀ ਵਾਅਦੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਪਿਛਲੀ ਵਾਰ ਕੀਤੇ ਗਏ ਸੀਗੇ ਤੇ ਸੁਖਬੀਰ ਬਾਦਲ ਸਾਹਿਬ ਨੇ ਉਦਾਂ ਹੀ ਗੱਲਾਂ ਕੀਤੀਆਂ ਸੀਗੀਆਂ ਜਿੱਦਾਂ ਇਸ ਵਾਰ ਕੀਤੀਆਂ ਗਈਆਂ। ਜਿੰਨੇ ਕੁਛ ਉਹਨਾਂ ਨੇ ਬਣਾ ਦਿੱਤਾ ਵਾ, ਇਹ ਸਾਰੀਆਂ ਨੌਕਰੀਆਂ ਜੇ ਆਪਾਂ ਮਿਲਾ ਵੀ ਲਈਏ ਤੇ 8-9 ਲੱਖ ਨੌਕਰੀਆਂ ਬਣਦੀਆਂ ਜਿੰਨਾ ਕੁਛ ਵੀ ਗਿਣਾਇਆ ਵਾ। ਪਰ ਉਹਨਾਂ ਨੇ ਆਖਰ ਦੇ ਵਿੱਚ ਗੱਲ ਗੋਲ-ਮੋਲ ਕਰ ਦਿੱਤੀ ਕਿ ਪਿੰਡਾਂ ਦੇ ਵਿੱਚ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਾਂਗੇ ਤੇ ਉਹਦੇ ਪ੍ਰਤੀ ਬੜੀਆਂ ਨੌਕਰੀਆਂ ਨਿਕਲਦੀਆਂ। ਸਕਿੱਲ ਡਿਵੈਲਪਮੈਂਟ ਸੈਂਟਰ ਹਜੇ ਵੀ ਖੁੱਲੇ ਆ। ਸੈਲਫ ਗਰੁੱਪ ਦੇ ਨਾਮ ਤੇ ਜਨਾਨੀਆਂ ਨੇ ਗਰੁੱਪਸ ਬਣਾਏ ਹੋਏ ਆ, ਉਹ ਛੋਟਾ ਮੋਟਾ ਕੰਮ ਕਰਦੇ ਪਏ ਆ ਪਿੰਡਾਂ ਦੇ ਵਿੱਚ ਹਜੇ ਵੀ। ਪਰ ਉਹਦੇ ਨਾਲ ਕਿੰਨੀ ਕੁ ਲੋਕੀ ਪੈਸਾ ਕਮਾ ਰਹੇ ਆ, ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਮਿਲਿਆ ਵਾ, ਉਹਦੇ ਤੇ ਵੀ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਵਾ। ਦੂਜੀ ਚੀਜ਼, ਅਜੀਤ ਜੀ ਵਾਲੇ ਕੁਐਸਚਨ ਤੇ ਕਾਊਂਟਰ ਕਰਾਂਗਾ। ਅਜੀਤ ਜੀ ਕਹਿੰਦੇ ਸੀਗੇ ਕਿ ਏਦਾਂ ਅੱਜ ਤੱਕ ਕਦੀ ਵੀ ਸੁਖਬੀਰ ਬਾਦਲ ਨੇ ਜਾਂ ਕਿਸੇ ਹੋਰ ਨੇ ਨਹੀਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈਗਾ। ਅਨੇਕਾਂ ਵੀਡੀਓਜ਼ ਤੁਹਾਨੂੰ ਲੱਭ ਪੈਣਗੀਆਂ ਜਿਹਦੇ ਵਿੱਚ ਸੁਖਬੀਰ ਬਾਦਲ ਸਾਹਿਬ ਤੇ ਨਹੀਂ ਆਈ ਥਿੰਕ ਦਿਲਰਾਜ ਜੀ ਉਹਨਾਂ ਨੇ, ਦਿਲਰਾਜ ਜੀ ਤੁਸੀਂ ਗਲਤ ਲੈ ਰਹੇ ਹੋ। ਉਹਨਾਂ ਨੇ ਇਹ ਕਿਹਾ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਉਹ ਸੁਖਬੀਰ ਬਾਦਲ ਨੇ ਕਦੀ ਵੀ ਨਹੀਂ ਕਿਹਾ ਕਿ ਪੰਜਾਬ ਨਸ਼ਾ ਹੈਗਾ ਵਾ। ਸਰ ਮੈਂ ਚਲੋ ਆਪਾਂ ਏਦਾਂ ਮੰਨ ਲੈਂਦੇ ਹਾਂ। ਬਟ ਦਿਲਰਾਜ ਜੀ ਇੱਕ ਚੀਜ਼ ਜੇ ਤੁਸੀਂ ਨਸ਼ੇ ਦੀ ਗੱਲ ਕਰਨੀ ਆ, ਮੈਂ ਤੁਹਾਨੂੰ ਟੌਪਿਕ, ਮੈਂ ਅਗਲਾ ਕੁਐਸਚਨ ਹੀ ਦੇਣ ਲੱਗਾ। ਦਿਲਰਾਜ ਜੀ, ਰਾਜਨਾਥ ਸਿੰਘ ਨੇ ਵੀ ਅੱਜ ਭਾਸ਼ਣ ਦਿੰਦੇ ਹੋਏ ਇਹੀ ਕਿਹਾ ਕਿ ਨਸ਼ਾ ਕੱਲਾ ਪੰਜਾਬ ਦੀ ਪ੍ਰੋਬਲਮ ਨਹੀਂ ਆ, ਨਸ਼ਾ ਸਾਰੇ ਇੰਡੀਆ 'ਚ ਆ। ਪੰਜਾਬ ਨੂੰ ਸਿਰਫ ਬਦਨਾਮ ਕੀਤਾ ਗਿਆ ਵਾ। ਹਾਂ, ਪੰਜਾਬ ਨੂੰ ਬਦਨਾਮ ਕੀਤਾ ਗਿਆ ਵਾ। ਤੇ ਜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸਰਕਾਰ ਫਿਰ ਤੋਂ ਆਉਂਦੀ ਆ ਤੇ ਇੱਕ ਸਪੈਸ਼ਲ ਟਾਸਕ ਫੋਰਸ ਬਣਾ ਕੇ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਨਾਲ ਹੀ ਪਾਕਿਸਤਾਨ ਵੱਲ ਇਸ਼ਾਰਾ ਵੀ ਕੀਤਾ ਗਿਆ। ਜੇ ਅਸੀਂ ਗੱਲ ਕਹੀਏ ਸੁਖਬੀਰ ਬਾਦਲ ਦੀ ਜਾਂ ਫਿਰ ਹੋਮ ਮਿਨਿਸਟਰ ਰਾਜਨਾਥ ਸਿੰਘ ਦੀ, ਕਿਤੇ ਨਾ ਕਿਤੇ ਜੋ ਪੰਜਾਬ ਤੇ ਇੱਕ ਨਸ਼ੇ ਦਾ, ਪੰਜਾਬ ਨੂੰ ਇੱਕ ਨਸ਼ੇ ਦੇ ਵੱਲੋਂ ਬਦਨਾਮ ਕੀਤਾ ਜਾ ਰਿਹਾ ਸੀ, ਉਸ ਚੀਜ਼ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸ਼ਾਇਦ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ੇ ਦੀ ਸਮੱਸਿਆ ਸਿਰਫ ਪੰਜਾਬ ਨਹੀਂ, ਇੰਡੀਆ ਜਾਂ ਪੂਰੀ ਦੁਨੀਆ ਵਿੱਚ ਆ। ਪਲੀਜ਼ ਦਿਲਰਾਜ ਜੀ। ਸਰ ਇਹ ਤਾਂ 2 ਕਦਮ ਬਾਕੀਆਂ ਤੋਂ ਅੱਗੇ ਨਿਕਲ ਗਏ। ਆਮ ਆਦਮੀ ਪਾਰਟੀ ਤੇ ਕਾਂਗਰਸ ਤਾਂ ਸਿਰਫ ਨਸ਼ੇ ਖਾਤਮੇ ਦੀ ਗੱਲ ਕਰਦੀ ਸੀ, ਪੁਲਿਸ ਨੂੰ ਐਕਟਿਵ ਕਰਨ ਦੀ ਗੱਲ ਕੀਤੀ ਸੀ। ਇਹਨਾਂ ਨੇ ਟਾਸਕ ਫੋਰਸ ਤਾਂ ਬਣਾਈ ਪਲੱਸ ਉਸ ਟਾਸਕ ਫੋਰਸ ਦੇ ਨਾਲ 2 ਲੱਖ ਰੁਪਇਆ ਜਿਹੜਾ ਵੀ ਨਸ਼ਾ ਛੱਡੂਗਾ ਉਹਨੂੰ ਵੀ ਦੇਣ ਦਾ ਇਸ ਵਾਰ ਐਲਾਨ ਕਰ ਦਿੱਤਾ। ਉਹ 2 ਲੱਖ ਰੁਪਇਆ ਕਿੱਥੋਂ ਆਏਗਾ, ਕਿੱਦਾਂ ਹੋਏਗਾ? ਜਿਹੜੇ ਡਰਗ ਐਡਿਕਸ਼ਨ ਸੈਂਟਰ ਸਰਕਾਰ ਨੇ ਖੋਲ੍ਹੇ ਸੀਗੇ ਉਹ ਤਾਂ ਸਹੀ ਢੰਗ ਦੇ ਨਾਲ ਚਲਾਏ ਨਹੀਂ ਜਾ ਰਹੇ। ਉਸ ਤੋਂ ਬਗੈਰ ਵੀ 2-2 ਲੱਖ ਰੁਪਇਆ ਕਿੱਦਾਂ ਦੇਣਗੇ? ਬੜੇ ਕੁਐਸਚਨ ਹੈ ਹਰਪ੍ਰੀਤ ਜੀ, ਬੇਹੱਦ ਕੁਐਸਚਨ ਰੇਜ਼ ਹੁੰਦੇ ਹੈਗੇ ਆ। ਲੁਧਿਆਣੇ ਵਾਅਦੇ ਕੀਤੇ ਗਏ ਆ। ਮੈਂ ਫਿਰ ਇੱਕ ਵਾਰ ਮੈਨੀਫੈਸਟੋ ਨੂੰ ਕਹਾਂਗਾ, ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ, ਅੱਜ ਕਾਂਗਰਸ ਨੇ ਵੀ ਲੁਧਿਆਣੇ ਵਾਅਦੇ ਕੀਤੀ ਆਪਣੇ ਮੈਨੀਫੈਸਟੋ 'ਚ, ਬੀਜੇਪੀ ਨੇ ਵੀ ਤੇ ਆਮ ਆਦਮੀ ਪਾਰਟੀ ਨੇ ਵੀ। ਮੈਨੂੰ ਇਹਦੇ ਵਿੱਚ ਸਿਰਫ ਤੋਂ ਸਿਰਫ 20 ਤੋਂ 22% ਇਹੀ ਚੀਜ਼ਾਂ ਸਹੀ ਹੁੰਦੀਆਂ ਜਾਂ ਪੂਰੀਆਂ ਹੁੰਦੀਆਂ ਦਿਖਦੀਆਂ ਪਈਆਂ ਜੇ ਸ਼੍ਰੋਮਣੀ ਅਕਾਲੀ ਦਲ ਦੀ
ਸਰਕਾਰ ਗੰਭੀਰ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡਾ ਕੋਈ ਚਮਤਕਾਰ ਕਰ ਸਕਦੇ ਹੈ। ਸਕਿੱਲ ਸੈਂਟਰ ਬਾਰੇ ਥੋੜੀ ਜੀ ਮੈਂ ਗੱਲ ਜ਼ਰੂਰ ਕਰਨੀ ਚਾਹੂੰਗਾ। ਸੁਖਬੀਰ ਬਾਦਲ ਦਾ ਇਹ ਦਾਅਵਾ ਹੈ ਕਿ ਲਗਭਗ 200 ਸਕਿੱਲ ਸੈਂਟਰ ਪਿਛਲੇ 7-8 ਮਹੀਨਿਆਂ 'ਚ ਖੋਲ ਦਿੱਤੇ ਗਏ ਆ ਤੇ ਪਰ ਜੋ ਗਵਰਨਮੈਂਟ ਆਫ ਇੰਡੀਆ ਨੇ ਨਵੀਂ ਸਕੀਮ ਚਲਾਈ ਹੈ ਉਹਦੇ ਨਾਲ ਮਿਲ ਕੇ ਹਰ 5 ਪਿੰਡਾਂ ਨੂੰ ਇੱਕ ਸਕਿੱਲ ਸੈਂਟਰ ਦਿੱਤਾ ਜਾਊਗਾ ਤੇ ਐਵਰੇਜ ਅੰਦਾਜ਼ਾ ਲਾਇਆ ਜਾ ਰਿਹਾ ਹੈ 2500 ਤੋਂ 3000 ਸਕਿੱਲ ਸੈਂਟਰ ਪੰਜਾਬ ਦੇ ਵਿੱਚ ਖੋਲੇ ਜਾਣਗੇ, ਜਿਹਦੇ ਵਿੱਚ ਕਿ 6 ਮੰਥ ਦੀ ਟ੍ਰੇਨਿੰਗ ਹੋਊਗੀ। ਤਾਂ ਟ੍ਰੇਨਿੰਗ ਲੈਣ ਤੋਂ ਬਾਅਦ ਜਾਂ ਉੱਥੋਂ ਜੋ ਵੀ ਸਰਟੀਫਿਕੇਸ਼ਨ ਦਾ ਕੋਰਸ ਕਰਨ ਤੋਂ ਬਾਅਦ ਜੇ ਕੋਈ ਜੌਬ ਕਰਨਾ ਚਾਹੇ ਜੌਬ ਕਰ ਸਕਦਾ ਹੈ। ਜੇ ਕੋਈ ਆਪਣਾ ਕੰਮ ਕਰਨਾ ਚਾਹੇ ਤੇ 10 ਲੱਖ ਰੁਪਏ ਤੱਕ ਦਾ ਲੋਨ ਪੰਜਾਬ ਗਵਰਨਮੈਂਟ ਬੈਂਕਸ ਨਾਲ ਐਸੋਸੀਏਟ ਹੋ ਕੇ ਦੇਣਗੀਆਂ, ਜੋ ਕਿ ਸ਼ਾਇਦ ਮੈਨੂੰ ਲੱਗਦਾ ਇੰਟਰਸਟ ਫ੍ਰੀ ਦੀ ਗੱਲ ਕੀਤੀ ਗਈ ਆ। ਸਕਿੱਲ ਸੈਂਟਰ ਦੇ ਬਾਰੇ ਡਿਟੇਲ ਦੇ ਵਿੱਚ ਸੁਖਬੀਰ ਬਾਦਲ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਆ ਆਪਸ਼ਨਸ ਆਪਣੇ ਮੈਨੀਫੈਸਟੋ 'ਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀ ਆ। ਹਰਪ੍ਰੀਤ ਜੀ, ਇਹ ਵੀ ਇੱਕ ਤਰ੍ਹਾਂ ਦਾ 20 ਲੱਖ ਜੌਬ ਜਿਹੜੀ ਦੇਣ ਦਾ ਵਾਅਦਾ ਕੀਤਾ ਗਿਆ, ਉਹਦੇ ਵਿੱਚ ਹੀ ਇੱਕ ਪਾਰਟ ਹੈ ਸਕਿੱਲ ਡਿਵੈਲਪਮੈਂਟ ਸੈਂਟਰਸ। ਜਿਵੇਂ ਕਿ ਬਾਕੀ ਇੰਡਸਟਰੀ ਦੀ ਗੱਲ ਕੀਤੀ ਗਈ ਉਹਨਾਂ ਨੇ ਉਹਦੇ ਵਿੱਚ ਇਹ ਵੀ ਕਿਹਾ ਸੀਗਾ ਕਿ ਅਸੀਂ ਪ੍ਰਾਈਵੇਟ ਇੰਡਸਟਰੀ ਨੂੰ ਵੀ ਇੱਥੇ ਲੈ ਕੇ ਆਵਾਂਗੇ। ਅਸੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਚੀਜ਼ ਨਾ ਭੁੱਲੋ ਕਿ ਪ੍ਰੋਗਰੈਸਿਵ ਪੰਜਾਬ ਸਮਿਟ ਹੋਇਆ ਸੀ ਮੋਹਾਲੀ ਦੇ ਵਿੱਚ, ਉਹਦੇ ਵਿੱਚ ਬਹੁਤ ਵੱਡੇ ਜਿਹੜੇ ਇੰਸਟੀਟਿਊਸ਼ਨ ਗਰੁੱਪਸ ਔਰ ਵੱਡੇ ਕਾਰਪੋਰੇਟਸ ਆਏ ਸੀਗੇ ਇਨਵੈਸਟ ਕਰਨ ਵਾਸਤੇ ਪੰਜਾਬ ਦੇ ਵਿੱਚ। ਔਰ ਉਦੋਂ ਵੀ ਇਹ ਗੱਲ ਕਹੀ ਗਈ ਸੀ ਕਿ ਜਦੋਂ ਇਹ ਕੰਪਨੀਆਂ ਪੰਜਾਬ ਦੇ ਵਿੱਚ ਇੰਸਟਾਲ ਹੋਣਗੀਆਂ ਉੱਥੇ ਸਾਡੀ ਜਿਹੜੀ ਜੌਬ ਹੈ ਉਹ ਬਹੁਤ ਜ਼ਿਆਦਾ ਕ੍ਰੀਏਟ ਹੋਣਗੀਆਂ। ਬਟ ਅੱਜ ਅਸੀਂ ਉਸ ਸਿਨੈਰੀਓ ਨੂੰ ਅਗਰ ਕੰਪੇਅਰ ਕਰੀਏ ਤਾਂ ਕੋਈ ਵੀ ਏਦਾਂ ਦੀ ਫਰਮ ਜਾਂ ਕੋਈ ਵੀ ਏਦਾਂ ਦੀ ਇੰਡਸਟਰੀ, ਵਿਪਰੋ ਗਰੁੱਪ ਵੀ ਆਇਆ ਸੀ, ਅੰਬਾਨੀ ਗਰੁੱਪ ਵੀ ਆਏ ਸੀ, ਹੋਰ ਬਹੁਤ ਰਤਨ ਟਾਟਾ ਵੀ ਆਏ ਸੀ, ਕੁਝ ਵੀ ਇੰਪਲੀਮੈਂਟ ਨਹੀਂ ਹੋਇਆ। ਔਰ ਆਈ ਥਿੰਕ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਖਾਮੀ ਰਹੀ ਹੈ ਉਹ ਸਟੇਟ ਦੀ, ਉਹ ਇਹੀ ਰਹੀ ਹੈ ਕਿ ਸਟੇਟ ਵੱਲੋਂ ਉਹਨਾਂ ਨੂੰ ਕੁਝ ਜਿਹੜੀਆਂ ਸੁਵਿਧਾਵਾਂ ਦੇਣੀਆਂ ਸੀਗੀਆਂ ਉਹ ਨਹੀਂ ਦਿੱਤੀਆਂ ਗਈਆਂ। ਜਿਵੇਂ ਕਿ ਬਿਜਲੀ ਦੇ ਵਿੱਚ ਬਹੁਤ ਕੁਝ ਏਦਾਂ ਦਾ ਹੈ ਕਿ ਤੁਸੀਂ ਇੰਡਸਟਰੀ ਲਗਾਉਣ ਵੇਲੇ ਸੋਚਣਾ ਪੈਂਦਾ ਹੈ, ਕੁਝ ਏਦਾਂ ਦੇ ਲਾਇਸੈਂਸਿਸ ਲੈਣੇ ਪੈਂਦੇ ਨੇ, ਕੁਝ ਏਦਾਂ ਦੇ ਬਿਲਸ ਕ੍ਰੀਏਟ ਕਰ ਦਿੱਤੇ ਜਾਂਦੇ ਨੇ। ਸੋ ਬਿਲਕੁਲ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ 20 ਲੱਖ ਜੌਬ ਨੂੰ ਸੈਗਰੀਗੇਟ ਕਰਕੇ ਦੱਸਿਆ ਕਿ ਅਸੀਂ ਕਿੱਦਾਂ ਜਨਰੇਟ ਕਰਾਂਗੇ, ਪਰ ਉਹ ਇੰਡਸਟਰੀ ਨੂੰ ਇੱਥੇ ਆ ਕੇ ਕੀ ਬੈਨੀਫਿਟ ਮਿਲੇਗਾ ਔਰ ਕੀ ਅਸੀਂ ਉਸ ਇੰਡਸਟਰੀ ਨੂੰ ਐਜ਼ ਅ ਸਟੇਟ ਦੇਵਾਂਗੇ ਤਾਂ ਕਿ ਉਹ ਇੰਡਸਟਰੀ ਇੱਥੇ ਇੰਟਰਸਟ ਦਿਖਾਏ ਔਰ ਸਾਡੇ ਸਟੇਟ ਵਾਸਤੇ ਜੌਬ ਜਿਹੜੀ ਉਹ ਕ੍ਰੀਏਟ ਹੋਵੇ। ਇਹ ਸੋਚਣ ਵਾਲੀ ਗੱਲ ਹੈ। 20 ਲੱਖ ਜੌਬ ਦੇਣਾ ਜਿੱਦਾਂ ਉਹਨਾਂ ਨੇ ਡਿਸਕ੍ਰਾਈਬ ਕੀਤਾ, ਬਹੁਤ ਅੱਛੀ ਤਰ੍ਹਾਂ ਡਿਸਕ੍ਰਾਈਬ ਕੀਤਾ ਹੈ, ਲੇਕਿਨ ਉਹਦੀ ਇੰਪਲੀਮੈਂਟੇਸ਼ਨ ਔਰ ਉਸ ਇੰਡਸਟਰੀ ਨੂੰ ਕਿਵੇਂ ਅਸੀਂ ਇੱਥੇ ਲੈ ਕੇ ਆਵਾਂਗੇ ਉਹ ਜ਼ਿਆਦਾ ਮੈਟਰ ਕਰਦਾ ਹੈ। ਥੋੜੀ ਜੀ ਮੈਂ ਗੱਲ ਅੱਗੇ ਵਧਾਵਾਂ ਤੇ ਵੋਟਾਂ ਬਟੋਰਨ ਵਾਸਤੇ ਪਿਛਲੇ ਕੁਝ ਸਮੇਂ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੋ ਵਿਡੋ ਜਾਂ ਵੂਮਨ ਪੈਨਸ਼ਨ ਆ ਉਹਨੂੰ ਵਧਾ ਕੇ 2500 ਕਰ ਦਿੱਤਾ ਜਾਊਗਾ, ਸ਼ਗੁਨ ਸਕੀਮ ਨੂੰ ਵਧਾ ਕੇ 51000 ਕਰ ਦਿੱਤਾ ਜਾਊਗਾ, ਭਗਤ ਪੂਰਨ ਸਿੰਘ ਸਕੀਮ ਮੈਡੀਕਲ ਜੋ ਬੈਨੀਫਿਟ ਸਕੀਮ ਆ ਉਹਨੂੰ ਵਧਾ ਕੇ 1 ਲੱਖ ਕਰ ਦਿੱਤਾ ਜਾਊਗਾ ਤੇ 10 ਰੁਪਏ ਕਿਲੋ ਚੀਨੀ ਤੇ 25 ਰੁਪਏ ਕਿਲੋ ਦੇਸੀ ਘਿਓ ਦਿੱਤਾ ਜਾਊਗਾ। ਕਿਤੇ ਨਾ ਕਿਤੇ ਜੋ ਫ੍ਰੀ ਆਟਾ ਦਾਲ ਸਕੀਮ ਚਲਾਈ ਸੀ ਨੀਲੇ ਕਾਰਡ ਤੇ, ਅਕਾਲੀ ਦਲ ਨੂੰ ਸ਼ਾਇਦ ਇਹ ਸਮਝ ਆ ਰਿਹਾ ਹੈ ਕਿ ਉਸ ਵੋਟ ਬੈਂਕ ਨੂੰ ਆਪਣੇ ਨਾਲ ਆਪਣੀ ਪਾਰਟੀ ਦੇ ਵੱਲ ਭੁਗਤਾਉਣ ਵਾਸਤੇ ਜੇ ਕੁਝ ਆਪਸ਼ਨ ਹੋਰ ਦੇ ਦਿੱਤੇ ਜਾਣ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜ਼ਿਆਦੀਆਂ ਵੋਟਾਂ ਕਿਤੇ ਨਾ ਕਿਤੇ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਖਿੱਚਣ 'ਚ ਕਾਮਯਾਬ ਜ਼ਰੂਰ ਹੋ ਜਾਊਗਾ। ਜੇ ਮੇਰਾ ਕੋਈ ਸਾਥੀ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਇੱਕ ਗੱਲ ਬਹੁਤ ਕਲੀਅਰ ਹੈ ਕਿ ਜਦੋਂ ਤੁਸੀਂ ਮੈਨੀਫੈਸਟੋ ਦੇ ਵਿੱਚ ਦਾਅਵੇ ਕਰਦੇ ਹੋ ਜਾਂ ਵਾਅਦੇ ਕਰਦੇ ਹੋ ਤਾਂ ਇੱਕ ਵਾਅਦੇ ਤੇ ਉਹ ਹੁੰਦੇ ਨੇ ਜਿਨ੍ਹਾਂ ਵਾਅਦਿਆਂ ਦਾ ਸੰਬੰਧ ਹੁੰਦਾ ਭਵਿੱਖ ਦੇ ਵਿੱਚ ਇਨਫਰਾਸਟ੍ਰਕਚਰ ਕਾਇਮ ਕਰਕੇ ਉਹਨਾਂ ਨੂੰ ਲਾਗੂ ਕਰਨ ਦਾ। ਦੂਸਰੇ ਵਾਅਦੇ ਜਾਂ ਦਾਅਵੇ ਜਾਂ ਰਾਹਤਾਂ ਸੁਗਾਤਾਂ ਉਹ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਨੇ ਫੌਰੀ ਤੌਰ ਦੇ ਉੱਤੇ ਤੁਹਾਨੂੰ ਵੋਟ ਦਿਵਾਉਣੀ ਹੈ। ਜੇ ਤੁਸੀਂ ਪੂਰੇ ਦੇ ਪੂਰੇ ਮੈਨੀਫੈਸਟੋ ਵੇਖੋ, ਲਗਭਗ ਸਾਰੀਆਂ ਪਾਰਟੀਆਂ ਦੇ ਸਮੇਤ ਕਾਂਗਰਸ ਆਮ ਆਦਮੀ ਪਾਰਟੀ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਵਾਅਦੇ ਉਹ ਨੇ ਜਿਹੜੇ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ। ਉਹਨਾਂ ਨੂੰ ਸਸਤੀ ਦਾਲ ਮਿਲ ਸਕਦੀ ਆ, ਦਾਲ ਦੇ ਨਾਲ ਹੁਣ ਘਿਓ ਤੇ ਚੀਨੀ ਵੀ ਮਿਲ ਜਾਏਗੀ। ਇਹ ਚੀਜ਼ਾਂ ਜਿਹੜੀਆਂ ਨੇ ਆਮ ਲੋਕਾਂ ਨੂੰ ਜ਼ਰੂਰ ਪ੍ਰਭਾਵਿਤ ਕਰਦੀਆਂ ਨੇ, ਪਰ ਜੇ ਤੁਸੀਂ ਵਾਅਦਿਆਂ ਦਾ ਮੈਨੀਫੈਸਟੋ ਦਾ ਮਾਡਲ ਦੇਖੋ ਤਾਂ ਤੁਹਾਨੂੰ ਬਹੁਤ ਕਲੀਅਰਲੀ ਪਤਾ ਲੱਗ ਜਾਏਗਾ ਕਿ ਆਮ ਲੋਕਾਂ ਲਈ ਸਿਰਫ ਰਾਹਤਾਂ ਸੁਗਾਤਾਂ ਨੇ
ਪਰ ਉਹਨਾਂ ਲਈ ਬਣਨ ਵਾਲੀ ਜਿਹੜੀ ਚੀਜ਼ ਆ ਉਹ ਬਹੁਤ ਜ਼ਿਆਦਾ ਕਿਤੇ ਵੀ ਨਜ਼ਰ ਨਹੀਂ ਆਉਂਦੀ, ਜਿਹਦੇ ਵਿੱਚੋਂ ਲੰਮੇ ਸਮੇਂ ਦੇ ਵਿੱਚ ਉਹ ਬਾਰੁਜ਼ਗਾਰ ਹੋ ਸਕਦੇ ਹੋਣ ਤੇ ਜਿਹਦੇ ਨਾਲ ਉਹ ਆਪਣੀ ਜ਼ਿੰਦਗੀ ਰਾਹਤ ਸੁਗਾਤ ਦੀ ਜਗ੍ਹਾ ਦੇ ਉੱਤੇ, ਸਬਸਿਡੀ ਦੀ ਜਗ੍ਹਾ ਦੇ ਉੱਤੇ ਆਪਣੇ ਕਮਾਈ ਦੇ ਨਾਲ ਹੱਲ ਕਰ ਸਕਦੇ ਹੋਣ। ਅਸਲ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਗੱਲਾਂ ਕੀਤੀਆਂ ਜਾਂਦੀਆਂ ਤਾਂ ਇਹਦਾ ਸਿੱਧਾ ਮਕਸਦ ਇਹੀ ਹੈ ਕਿ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਇੱਕ ਗੱਲੋਂ ਬਹੁਤ ਕਲੀਅਰ ਨੇ ਕਿ ਸਾਨੂੰ ਕਮਾਈ ਕਿੱਥੋਂ ਹੋਣੀ ਹੈ ਭਵਿੱਖ ਦੇ ਵਿੱਚ, ਤੇ ਕਿੰਨਾ ਲੋਕਾਂ ਨੂੰ ਅਸੀਂ ਰਾਹਤਾਂ ਦੇ ਕੇ ਹੀ ਸਿਰਫ ਵੋਟਰ ਦੇ ਤੌਰ ਦੇ ਉੱਤੇ ਇਸਤੇਮਾਲ ਕਰਦੇ ਜਾਣਾ ਵਾ। ਇਹ ਗੱਲ ਬਹੁਤ ਕਲੀਅਰ ਹੈ। ਪੰਜਾਬ ਦੇ ਲੋਕਾਂ ਨੂੰ ਸੁਚੇਤ ਇਸ ਗੱਲ ਲਈ ਹੋਣਾ ਚਾਹੀਦਾ ਹੈ ਕਿ ਮੈਡੀਕਲ ਹੱਬ ਬਣਨ ਦਾ ਫਾਇਦਾ ਅਸਲ ਦੇ ਵਿੱਚ ਕਿਹਨਾਂ ਨੂੰ ਹੋਣ ਜਾ ਰਿਹਾ, ਟੈਕਸਟਾਈਲ ਜੇ ਡਿਵੈਲਪ ਹੁੰਦੀ ਹੈ ਉਹਦਾ ਅਸਲ ਫਾਇਦਾ ਕਿਹਨਾਂ ਨੂੰ ਹੋਣ ਜਾ ਰਿਹਾ। ਬਾਕੀ ਮੈਂ ਦੂਸਰੀ ਗੱਲ ਨੂੰ ਦੁਬਾਰਾ ਨਹੀਂ ਦੁਹਰਾਉਂਦਾ ਜਿਹੜੀ ਸਕਿੱਲ ਸੈਂਟਰ ਦੀ ਹੈ। ਤੁਸੀਂ ਇੱਕ ਗੱਲ ਨੋਟ ਕਰੋ, ਪੂਰੇ ਮੈਨੀਫੈਸਟੋ ਦੇ ਵਿੱਚ ਜਿੰਨੀ ਤੁਹਾਨੂੰ ਡਿਟੇਲ, ਜਿੰਨੇ ਵਿਸਥਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਇਸ ਮੈਨੀਫੈਸਟੋ ਦੇ ਵਿੱਚ ਆਮ ਲੋਕਾਂ ਦੀ ਜਗ੍ਹਾ ਦੇ ਉੱਤੇ ਵੱਡੇ ਲੋਕਾਂ ਨੂੰ ਫਾਇਦਾ ਹੋਣ ਵਾਲਾ ਰੋਡ ਮੈਪ ਹੈ, ਤੁਹਾਨੂੰ ਉਹਦੇ ਵਿੱਚ ਕੁਝ ਬਹੁਤ ਕਲੀਅਰ ਗੱਲਾਂ ਨਜ਼ਰ ਆਉਣਗੀਆਂ। ਪਰ ਜਿਹੜਾ ਆਮ ਲੋਕਾਂ ਦਾ ਸਕਿੱਲ ਸੈਂਟਰ ਆ ਉਹਦਾ ਰੋਡ ਮੈਪ ਕੀ ਹੈ, ਤੁਹਾਨੂੰ ਬਹੁਤ ਜ਼ਿਆਦਾ ਉਹਦੇ 'ਚ ਅਸਪਸ਼ਟਤਾ ਨਜ਼ਰ ਆਏਗੀ। ਤੁਹਾਨੂੰ ਕਿਤੇ ਵੀ ਕੁਝ ਕਲੀਅਰ ਨਹੀਂ ਹੁੰਦਾ ਕਿ ਜਿਨ੍ਹਾਂ ਨੂੰ ਸਕਿੱਲ ਕਰਨਾ ਉਹਨਾਂ ਨੂੰ ਕਿਹਨਾਂ ਚੀਜ਼ਾਂ ਦੇ ਵਿੱਚ ਸਕਿੱਲ ਕੀਤਾ ਜਾਏਗਾ। ਤੇ ਉਦਾਂ ਦੀ ਉਹ ਗੱਲ ਆ ਗਈ ਕਿ ਤੁਸੀਂ ਜੇ ਨਸ਼ੇ ਛੱਡ ਦਿਓਗੇ ਤੁਹਾਨੂੰ 2-2 ਲੱਖ ਰੁਪਏ ਦਿੱਤੇ ਜਾਣਗੇ, ਪਰ ਸਰਕਾਰ ਨੂੰ ਇਹ ਕਲੀਅਰ ਕਰਨਾ ਪਏਗਾ ਕਿ ਜਿਨ੍ਹਾਂ ਨੇ ਹੁਣ ਤੱਕ ਨਸ਼ੇ ਛੱਡੇ ਕਿ ਉਹ ਉਸ ਸਕੀਮ ਦੇ ਅੰਡਰ ਲਿਆਂਦੇ ਜਾਣਗੇ ਕਿ ਨਹੀਂ। ਆਖਿਰਕਾਰ ਐਨੇ ਸਾਰੇ ਤੁਸੀਂ ਨਸ਼ਾ ਛਡਾਊ ਕੇਂਦਰ ਖੋਲੇ ਹੋਏ ਨੇ, ਉਹਨਾਂ 'ਚ ਕੁਝ ਲੋਕਾਂ ਨੇ ਨਸ਼ੇ ਜ਼ਰੂਰ ਛੱਡੇ ਹੋਣਗੇ। ਇਹਦਾ ਮਤਲਬ ਹੈ ਸਭ ਤੋਂ ਪਹਿਲਾਂ ਉਹ ਰਾਹਤ ਉਹਨਾਂ ਤੱਕ ਜਾਣੀ ਚਾਹੀਦੀ ਆ। ਅਗਲੀ ਗੱਲ, ਸਰਕਾਰ ਨੇ ਇਹ ਤਾਂ ਕਹਿ ਦਿੱਤਾ ਕਿ ਵਾਰ-ਵਾਰ ਕਹਿ ਦਿੱਤਾ ਕਿ ਕੱਲੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ। ਨਸ਼ੇ ਦੀ ਸਮੱਸਿਆ ਦੇਸ਼ ਵਿੱਚ ਵੀ ਆ, ਦੁਨੀਆ ਵਿੱਚ ਵੀ ਆ, ਪਰ ਸਵਾਲ ਸਾਡੇ ਸਾਹਮਣੇ ਇਹ ਆ ਕਿ ਪੰਜਾਬ ਕੀ ਅਚਨਚੇਤੀ ਟਾਰਗੇਟ ਬਣ ਗਿਆ? ਕਿ ਪੰਜਾਬ ਦੇ ਵਿੱਚ ਸੱਚਮੁੱਚ ਸਮੱਸਿਆ ਨਹੀਂ ਸੀ? ਕਿ ਜ਼ੀਰੋ ਸਮੱਸਿਆ ਸੀ ਕਿ ਪੰਜਾਬ ਨੂੰ ਕਿ ਜਿਹੜਾ ਕਿਸੇ ਨੇ ਸਿਰਫ ਬਦਨਾਮ ਕਰਨ ਦੇ ਲਈ ਉਹਦੇ ਉੱਤੇ ਇੱਕ ਠੱਪਾ ਲਾ ਦਿੱਤਾ ਕਿ ਇੱਥੇ ਨਸ਼ੇ ਆ ਰਹੇ ਨੇ? ਜਿਹੜੀ ਰਿਪੋਰਟ ਨੂੰ ਹੁਣ ਪੇਸ਼ ਕੀਤਾ ਜਾਂਦਾ ਕਿ ਬਿਕਰਮ ਮਜੀਠੀਆ ਨੂੰ ਕਲੀਨ ਚਿੱਟ ਮਿਲ ਗਈ ਆ, ਉਸ ਰਿਪੋਰਟ ਦੇ ਵਿੱਚ ਵੀ ਇੱਕ ਗੱਲ ਤਾਂ ਮੰਨੀ ਗਈ ਆ ਕਿ ਪੰਜਾਬ ਦੇ ਵਿੱਚ ਨਸ਼ੇ ਹਨ। ਜੇ ਸਰਕਾਰ ਟਾਸਕ ਫੋਰਸ ਬਣਾਉਣ ਦੀ ਗੱਲ ਕਰਦੀ ਹੈ ਤਾਂ ਸਰਕਾਰ ਖੁਦ ਮੰਨਦੀ ਆ ਕਿ ਪੰਜਾਬ ਦੇ ਵਿੱਚ ਨਸ਼ੇ ਹਨ, ਪਰ ਤੁਸੀਂ ਸਿਰਫ ਇਹ ਕਹਿ ਕੇ ਪੰਜਾਬ ਨੂੰ ਪੋਲਿਟਿਕਸ ਤਾਂ ਕਰ ਸਕਦੇ ਹੋ, ਪੋਲੀਟੀਕਲੀ ਕਰੈਕਟ ਪੋਲਿਟਿਕਸ, ਕਿ ਇਕੱਲੇ ਪੰਜਾਬ ਨੂੰ ਟਾਰਗੇਟ ਨਾ ਕੀਤਾ ਜਾਵੇ। ਪਰ ਇਸ ਗੱਲ ਦਾ ਜਵਾਬ ਤਾਂ 10 ਸਾਲ ਰਾਜ ਕਰਨ ਵਾਲੀ ਸਰਕਾਰ ਨੂੰ ਜ਼ਰੂਰ ਦੇਣਾ ਪਵੇਗਾ ਕਿ 10 ਸਾਲਾਂ ਤੋਂ ਜੇ ਪੰਜਾਬ ਇਸ ਸਿਚੁਏਸ਼ਨ ਦੇ ਵਿੱਚ ਪਹੁੰਚ ਗਿਆ ਕਿ ਵਿਰੋਧੀ ਉਹਨੂੰ ਟਾਰਗੇਟ ਬਣਾ ਸਕਦੇ ਨੇ ਤਾਂ ਪੰਜਾਬ ਦੀ ਸਰਕਾਰ ਨੇ ਕੀ ਕੀਤਾ। ਤੁਸੀਂ ਇੱਕ ਰਿਪੋਰਟ ਦੇ ਉਸ ਹਿੱਸੇ ਦੀ ਪ੍ਰਚਾਰਤਾ ਕਰਦੇ ਹੋ ਕਿ ਬਿਕਰਮ ਮਜੀਠੀਆ ਨੂੰ ਮਿਲ ਚੁੱਕੀ ਹੈਗੀ ਕਲੀਨ ਚਿੱਟ, ਪਰ ਤੁਸੀਂ ਉਸ ਹਿੱਸੇ ਦੀ ਚਰਚਾ ਕਿਉਂ ਨਹੀਂ ਕਰਦੇ ਜਿਹੜਾ ਹਿੱਸਾ ਕਹਿੰਦਾ ਕਿ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਕਿਹਾ ਗਿਆ ਸੀ, ਜਿੰਨੀ ਵੱਡੀ ਸੁਦਾਗਰੀ ਕਹੀ ਗਈ ਸੀ 6000 ਕਰੋੜ ਦੀ, ਓਨੀ ਤੇ ਨਹੀਂ ਆ। ਪਰ ਉਹਦੇ ਅੰਕੜੇ ਜੇ ਮੈਂ ਭੁੱਲਦਾ ਨਹੀਂ ਤਾਂ 66 ਕਰੋੜ ਦੇ ਜ਼ਰੂਰ ਨੇ। ਜੇ ਕੋਈ ਇਹਨੂੰ ਦਰੁਸਤ ਕਰਨਾ ਚਾਹਵੇ ਤਾਂ ਮੈਂ ਚਾਹਾਂਗਾ ਦਰੁਸਤ ਕਰ ਦੇਣ। ਜੇ 66 ਕਰੋੜ ਦਾ ਵੀ ਪੰਜਾਬ ਦੇ ਵਿੱਚ ਕਾਲਾ ਧੰਦਾ ਨਸ਼ੇ ਦਾ ਹੋ ਰਿਹਾ ਵਾ, ਦਾਰੂ ਦੀ ਗੱਲ ਤਾਂ ਅਲੱਗ ਹੈ, ਉਹ ਤੇ ਕਾਨੂੰਨੀ ਤੌਰ ਤੇ ਵਿਕ ਰਹੀ ਹੈ, ਤਾਂ ਉਹ ਕੋਈ ਛੋਟੀ ਗੱਲ ਨਹੀਂ ਹੈ ਪੰਜਾਬ ਦੇ ਲਈ। ਪੰਜਾਬ ਦੀ ਸਰਕਾਰ ਉਹਦੇ ਉੱਤੇ ਕਿਉਂ ਨਹੀਂ ਪਿੰਨ ਪੁਆਇੰਟ ਕਰਦੀ ਕਿ ਉਹ ਵੀ ਇੱਕ ਸਮੱਸਿਆ ਹੈ? ਸੋਚਣ ਵਾਲੀਆਂ ਗੱਲਾਂ ਸਾਡੇ ਲਈ ਇਹ ਨੇ। ਸਾਰੀਆਂ ਚੀਜ਼ਾਂ 'ਚ ਮੈਨੂੰ ਪੂਰੇ ਮੈਨੀਫੈਸਟੋ 'ਚ ਸਰਪ੍ਰੀਤ ਜੀ ਇੱਕ ਜਿਹੜਾ ਸਕੂਲ ਐਜੂਕੇਸ਼ਨ ਵਾਲਾ ਮੈਰੀਟੋਰੀਅਲ ਸਕੂਲ ਹਰ ਜ਼ਿਲ੍ਹੇ ਦੇ ਵਿੱਚ ਖੋਲ੍ਹਣ ਦੀ ਗੱਲ ਕੀਤੀ ਗਈ ਹੈ। ਸਰਕਾਰੀ ਸਕੂਲ ਦੇ 12ਵੀਂ ਦੇ ਛਾਤਰ ਜਿਹੜੇ ਟੌਪ ਦੇ ਛਾਤਰ ਹੋਣਗੇ ਉਹਨਾਂ 'ਚੋਂ ਹਰ 10 ਬੱਚਿਆਂ ਨੂੰ ਵਿਦੇਸ਼ ਵਿੱਚ ਪੜ੍ਹਨ ਲਈ ਭੇਜਿਆ ਜਾਏਗਾ ਸਰਕਾਰ ਦੇ ਵੱਲੋਂ। ਪਲੱਸ ਹਰ ਜ਼ਿਲ੍ਹੇ ਵਿੱਚ ਸਪੋਰਟਸ ਸਕੂਲ ਖੋਲ੍ਹਣ ਦੀ ਗੱਲ ਕੀਤੀ ਗਈ ਹੈ। ਇਹ ਬਸ 3 ਚੀਜ਼ਾਂ ਮੈਨੂੰ ਐਜੂਕੇਸ਼ਨ ਦੇ ਪੱਧਰ ਤੇ ਨੂੰ ਲੈਂਦੇ ਹੋਏ ਮੈਨੂੰ ਪੋਜ਼ਿਟਿਵ ਲੱਗੀ ਹੈ ਤੇ ਅਚੀਵ ਕਰ ਸਕਦੀ ਹੈ ਸਰਕਾਰ ਜੇ ਇਹ ਕਰਦੀ ਹੈ। ਮੈਰੀਟੋਰੀਅਲ ਸਕੂਲ ਦੇ ਨਾਲ ਪਹਿਲੇ ਵੀ ਜਿੰਨੇ ਖੁੱਲ੍ਹੇ ਸੀਗੇ ਕਾਫੀ ਲੋਕਾਂ ਨੂੰ ਫਾਇਦਾ ਹੋਇਆ। ਪਿੰਡਾਂ ਦੇ ਲੋਕਾਂ ਨੂੰ ਅਸੀਂ ਜਾਂਦੇ ਰਹਿੰਦੇ ਹਾਂ, ਪਿੰਡਾਂ ਦੇ ਵਿੱਚ ਲੋਕਾਂ ਨਾਲ ਗੱਲ ਕਰਦੇ ਰਹਿੰਦੇ ਹਾਂ। ਗਰੀਬਾਂ ਨੂੰ ਮੈਰੀਟੋਰੀਅਲ ਸਕੂਲ ਦੇ ਵਿੱਚ ਕਾਫੀ ਫਾਇਦਾ ਹੋਇਆ ਵਾ, ਤਾਂ ਸਰਕਾਰੀ ਸਕੂਲਾਂ ਨੂੰ ਛੱਡਦੀ ਹੈ। ਮੈਨੂੰ ਲੱਗਦਾ ਕਿ ਜੇ ਮੈਰੀਟੋਰੀਅਲ ਸਕੂਲ ਹਰ ਜ਼ਿਲ੍ਹੇ ਵਿੱਚ ਖੁੱਲ੍ਹਦੇ ਆ ਜਾਂ ਸਪੋਰਟਸ ਸਕੂਲ ਹਰ ਜ਼ਿਲ੍ਹੇ ਦੇ ਵਿੱਚ ਖੁੱਲ੍ਹਦੇ ਆ ਤੇ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਛੋਟੀ ਉਮਰ ਤੋਂ ਹੀ ਪੈ ਜਾਂਦੇ ਹੈਗੇ ਆ ਜਾਂ ਗਰੀਬਾਂ ਦੇ ਬੱਚੇ ਹੁੰਦੇ ਆ, ਕਿਤੇ ਨਾ ਕਿਤੇ ਸਕੂਲਿੰਗ ਲੈ ਕੇ ਜਾਂ ਇੱਕ ਐਜੂਕੇਸ਼ਨ ਲੈ ਕੇ ਸ਼ਾਇਦ ਉਹਨਾਂ ਨੂੰ ਇੱਕ ਵਧੀਆ ਰਾਹ ਪਾਇਆ ਜਾ ਸਕਦਾ। ਬੇਸਿਕ ਐਜੂਕੇਸ਼ਨ ਦੀ ਆਮ ਨਾਟ ਸ਼ੋਰ ਕਿ ਜੇ ਮੈਨੀਫੈਸਟੋ 'ਚ ਗੱਲ ਕੀਤੀ ਗਈ ਹੈ ਨਹੀਂ ਕੀਤੀ ਗਈ ਆ, ਪਰ ਬੇਸਿਕ ਐਜੂਕੇਸ਼ਨ ਦੇ ਉੱਤੇ ਸ਼ਾਇਦ ਜੋ ਫੋਕਸ ਆ ਈਵਨ ਕਿ ਪਿਛਲੇ ਕੁਝ ਦੌਰਿਆਂ ਵਿੱਚ
ਫਾਈਨੈਂਸ ਮਿਨਿਸਟਰ ਅਰੁਣ ਜੇਟਲੀ ਨੇ ਵੀ ਸੁਖਬੀਰ ਬਾਦਲ ਨੂੰ ਇਸ਼ਾਰਾ ਕੀਤਾ ਸੀ ਕਿ ਬੇਸਿਕ ਐਜੂਕੇਸ਼ਨ ਗਵਰਨਮੈਂਟ ਸਕੂਲਾਂ ਦਾ ਸਤਰ ਇੰਪਰੂਵ ਕੀਤਾ ਜਾਵੇ। ਇਨਫਰਾਸਟ੍ਰਕਚਰ ਵਧੀਆ ਹੋਣਾ ਸਟੇਟ ਦਾ ਵਧੀਆ ਚੀਜ਼ ਆ, ਪਰ ਗਵਰਨਮੈਂਟ ਸਕੂਲਾਂ ਜੋ ਐਜੂਕੇਸ਼ਨ ਦਾ ਲੈਵਲ ਆ ਉਹ ਜ਼ਰੂਰ ਇੰਪਰੂਵ ਕੀਤਾ ਜਾਣਾ ਚਾਹੀਦਾ ਹੈ। ਆਈ ਐਮ ਨਾਟ ਸ਼ੋਰ ਜੇ ਮੇਰਾ ਕੋਈ ਸਾਥੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਲਕੁਲ ਹਰਪ੍ਰੀਤ ਜੀ, ਇਹ ਚੀਜ਼ ਜ਼ਰੂਰ ਅੱਖਰ ਦੀ ਹੈ ਕਿ ਜਿਹੜੀ ਬੇਸਿਕ ਪ੍ਰਾਇਮਰੀ ਐਜੂਕੇਸ਼ਨ ਔਰ ਉਹ ਵੀ ਸਰਕਾਰੀ ਸਕੂਲਾਂ ਦੇ ਵਿੱਚ ਹੈ, ਉਹਦੇ ਬਾਰੇ ਵੈਸੇ ਤਾਂ ਉਹ ਬੇਸਿਕ ਚੀਜ਼ ਹੈ, ਮੈਨੂੰ ਲੱਗਦਾ ਸੀ ਕਿ ਉਹਦੇ ਵੱਲ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ, ਪਰ ਉਹਦੇ ਵੱਲ ਘੱਟ ਧਿਆਨ ਦਿੱਤਾ ਗਿਆ ਜਾਂ ਉਹਦਾ ਜ਼ਿਕਰ ਜਾਂ ਉਹਦੇ ਵਿੱਚ ਕੀ ਸੁਧਾਰ ਉਹ ਸਿਚੁਏਸ਼ਨ ਉਹਦੀ ਮੰਗਦੀ ਹੈ ਤੇ ਕੀ ਸੁਧਾਰ ਕੀਤੇ ਜਾਣਗੇ ਉਹਨਾਂ ਦੀ ਗੱਲ ਘੱਟ ਕੀਤੀ ਗਈ ਹੈ। ਮੈਰੀਟੋਰੀਅਸ ਸਕੂਲ ਉਹਨਾਂ ਦੀ ਗੱਲ ਕੀਤੀ ਗਈ ਹੈ, ਬੱਚਿਆਂ ਨੂੰ ਬਾਹਰ ਭੇਜਿਆ ਜਾਏਗਾ, ਬੱਚਿਆਂ ਨੂੰ ਐਜੂਕੇਸ਼ਨ ਲੋਨ ਜਾਂ ਇਹੋ ਜਿਹੀਆਂ ਸਹੂਲਤਾਂ ਦੀ ਗੱਲ ਕੀਤੀ ਹੈ, ਪਰ ਬੱਚਾ ਜਦੋਂ ਇੱਕ ਸਧਾਰਨ ਪਰਿਵਾਰ ਦਾ ਬੱਚਾ ਪ੍ਰਾਇਮਰੀ ਸਕੂਲ 'ਚ ਪਹਿਲੀ ਕੱਚੀ ਤੋਂ ਜਿੱਥੇ ਜਾ ਕੇ ਪੜ੍ਹਾਈ ਸ਼ੁਰੂ ਕਰਦਾ ਉੱਥੋਂ ਤੋਂ ਉਹਨੂੰ ਚੰਗਾ ਮਾਹੌਲ ਮਿਲੇ, ਉਹਦੇ ਤੇ ਐਮਫੈਸਿਸ ਘੱਟ ਜ਼ਰੂਰ ਨਜ਼ਰ ਆਉਂਦਾ। ਇੱਕ ਮੈਂ ਥੋੜੀ ਜੀ ਇੱਕ ਮੁੱਦਾ ਹੋਰ ਮੈਂ ਜ਼ਰੂਰ ਵਿਚਾਰਨਾ ਚਾਹੂੰਗਾ। ਥੋੜੇ ਦਿਨ ਪਹਿਲਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੋਟਰਸ ਨੂੰ ਇੱਕ ਬੇਨਤੀ ਕੀਤੀ ਕਿ ਜਿੰਨੀਆਂ ਵੀ ਪਾਰਟੀਆਂ ਹੁਣ ਮੈਨੀਫੈਸਟੋ ਕੱਢ ਰਹੀਆਂ ਨੇ ਉਹਨਾਂ ਪਾਰਟੀਆਂ ਨੂੰ ਇਨਵਾਇਰਨਮੈਂਟ ਰਿਫਾਰਮਸ ਦੇ ਬਾਰੇ ਜ਼ਰੂਰ ਸਵਾਲ ਪੁੱਛੇ ਜਾਣ ਕਿ ਉਹ ਪਾਰਟੀਆਂ ਇਨਵਾਇਰਨਮੈਂਟ ਵਾਸਤੇ ਕੀ ਕਰ ਰਹੀਆਂ ਨੇ। ਪਰ ਸ਼ਾਇਦ ਹੀ ਕਿਸੇ ਪੋਲੀਟੀਕਲ ਪਾਰਟੀ ਦਾ ਇਸ ਸੀਰੀਅਸ ਮੁੱਦੇ ਵੱਲ ਧਿਆਨ ਆ। ਇੱਕ ਹੋਰ ਗੱਲ ਜੋ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ, ਜੋ ਕਿ ਇਲੈਕਸ਼ਨ ਕਮਿਸ਼ਨ ਵੀ ਗੱਲ ਕਰ ਚੁੱਕਿਆ ਹੈ, ਕਾਫੀ ਮੀਡੀਆ ਹਾਊਸਿਸ ਵੀ ਗੱਲ ਕਰ ਚੁੱਕੇ ਨੇ ਕਿ ਜਿਹੜੀਆਂ ਪਾਰਟੀਆਂ ਮੈਨੀਫੈਸਟੋ ਕੱਢਦੀਆਂ ਨਹੀਂ ਇਹਨਾਂ ਨੂੰ ਮੈਨੀਫੈਸਟੋ ਪੂਰਾ ਕਰਨ ਦੀ ਸ਼ਰਤ ਰੱਖੀ ਜਾਵੇ, ਲੀਗਲੀ ਬਾਈਂਡ ਕੀਤਾ ਜਾਵੇ। ਪਰ ਕਿਤੇ ਨਾ ਕਿਤੇ ਇਸ ਪੂਰੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇਸ ਚੀਜ਼ ਦੀ ਸਾਨੂੰ ਕਿਤੇ ਵੀ ਪਹਿਲ ਹੁੰਦੀ ਨਹੀਂ ਦਿਖ ਰਹੀ। ਈਵਨ ਦੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਜ਼ਰੂਰ ਸੀ ਕਿ ਅਸੀਂ ਪਾਰਟੀਆਂ ਨੂੰ ਲੀਗਲ ਐਫੀਡੇਵਿਟ ਦੇਣ ਨੂੰ ਕਵਾਂਗੇ, ਪਰ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਕੋਈ ਖਾਸ ਪਹਿਲ ਨਹੀਂ ਕੀਤੀ ਗਈ। ਇੱਕ ਮੈਂ ਦਰਸ਼ਕਾਂ ਨਾਲ ਇਨਫੋਰਮੇਸ਼ਨ ਹੋਰ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਕੋਲ ਨਾਜਾਇਜ਼ ਕੰਪਲੇਂਟਸ ਇੰਨੀਆਂ ਜ਼ਿਆਦੀਆਂ ਜਾਂਦੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਜੋ ਰੀਅਲ ਕੰਪਲੇਂਟ ਹੁੰਦੀ ਆ ਉਹਨਾਂ ਤੇ ਕੰਮ ਘੱਟ ਵੱਧ ਹੀ ਕਰ ਪਾਉਂਦਾ ਵਾ। ਜੇ ਮੇਰਾ ਕੋਈ ਸਾਥੀ ਇਨਵਾਇਰਨਮੈਂਟਲ ਰਿਫਾਰਮ ਤੇ ਜੋ ਮੈਨੀਫੈਸਟੋ ਵਾ ਉਹਨੂੰ ਇੱਕ ਲੀਗਲ ਬਾਈਂਡਿੰਗ ਬਣਾਉਣ ਉੱਤੇ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਜੇ ਅਸੀਂ ਗੱਲ ਕਰੀਏ ਸੀਚੇਵਾਲ ਸਾਹਿਬ ਦੀ ਤਾਂ ਉਹਨਾਂ ਨੇ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤਾਂ ਉਹਦੇ ਪਿੱਛੇ ਮਕਸਦ ਸਿਰਫ ਇੰਨਾ ਹੀ ਹੈ ਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਇਨਵਾਇਰਨਮੈਂਟ ਦੇ ਮਾਮਲੇ ਦੇ ਉੱਤੇ ਮੈਂ ਸਾਰਿਆਂ ਦੇ ਨਾਲੋਂ ਜ਼ਿਆਦਾ ਸੀਰੀਅਸ ਹਾਂ। ਇਸ ਤੋਂ ਬਾਅਦ ਉਹਦੇ ਕੋਈ ਮਾਇਨੇ ਨਹੀਂ ਹੈ। ਔਰ ਪੋਲੀਟੀਕਲ ਪਾਰਟੀਆਂ ਇਨਵਾਇਰਨਮੈਂਟ ਨੂੰ ਮੁੱਦਾ ਕਿਉਂ ਨਹੀਂ ਬਣਾਉਂਦੀਆਂ, ਇਹਦੇ ਬਾਰੇ ਬਹੁਤ ਕਲੀਅਰ ਗੱਲ ਹੈ ਕਿ ਇਨਵਾਇਰਨਮੈਂਟ ਨੂੰ ਮੁੱਦਾ ਬਣਾਉਣ ਜਾਂ ਨਾ ਬਣਾਉਣ ਦੇ ਨਾਲ ਉਹਨਾਂ ਨੂੰ ਵੋਟਿੰਗ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਇਹ ਸਿਰਫ ਆਪਣੀ ਹੋਂਦ ਨੂੰ ਦਰਸਾਉਣ ਦਾ ਤਰੀਕਾ ਸੀ ਸੀਚੇਵਾਲ ਸਾਹਿਬ ਦਾ, ਉਹਨਾਂ ਨੇ ਦਰਸਾ ਦਿੱਤੀ। ਇਸੇ ਤਰ੍ਹਾਂ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਜਾਂ ਪੰਜਾਬੀ ਅਕੈਡਮੀ ਹੈ ਜਾਂ ਦੂਸਰੀਆਂ ਲਿਟਰੇਰੀ ਜਥੇਬੰਦੀਆਂ ਨੇ ਉਹ ਵਾਰ-ਵਾਰ ਇਹ ਕਹਿ ਦਿੰਦੀਆਂ ਨੇ ਕਿ ਸਾਰੀਆਂ ਪਾਰਟੀਆਂ ਨੂੰ ਮੈਨੀਫੈਸਟੋ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਵਾ, ਪੰਜਾਬੀ ਨੂੰ ਜੇ ਕੋਈ ਲਾਗੂ ਨਹੀਂ ਕਰਦਾ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਅਸਲ ਦੇ ਵਿੱਚ ਇਹ ਜਿਹੜੇ ਛੋਟੇ ਗਰੁੱਪ ਨੇ ਜਿਹੜੇ ਆਪੋ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਸੀਚੇਵਾਲ ਹੋਣ ਜਾਂ ਜਿਹੜੇ ਲੇਖਕ ਵਰਗ ਹੋਵੇ, ਉਹ ਜਿਹੜੇ ਉਹਨਾਂ ਨਾਲ ਕੰਸਰਨਡ ਮੁੱਦੇ ਨੇ ਉਹਨਾਂ ਦੇ ਉੱਤੇ ਆਪਣੀ ਹੋਂਦ ਦਰਸਾਉਣ ਦਾ ਯਤਨ ਕਰਦੇ ਨੇ। ਪਰ ਸਵਾਲ ਇਹ ਹੈ ਕਿ ਕੀ ਪੰਜਾਬੀ ਭਾਸ਼ਾ ਨੂੰ ਜੋ ਖਤਰੇ ਪੈਦਾ ਕੀਤੇ ਗਏ ਨੇ ਪਿਛਲੇ 50 ਸਾਲਾਂ ਦੇ ਵਿੱਚ ਸਾਰੀਆਂ ਸਰਕਾਰਾਂ ਵੱਲੋਂ, ਚਾਹੇ ਉਹ ਕਾਂਗਰਸ ਦੀਆਂ ਰਹੀਆਂ ਹੋਣ ਤੇ ਚਾਹੇ ਉਹ ਅਕਾਲੀ ਦਲ ਦੀਆਂ ਰਹੀਆਂ ਹੋਣ, ਸਾਰੀਆਂ ਸਰਕਾਰਾਂ ਵੱਲੋਂ ਜੋ ਖਤਰੇ ਪੈਦਾ ਕੀਤੇ ਗਏ ਨੇ ਉਹਨਾਂ ਦੇ ਉੱਤੇ, ਕਿਉਂਕਿ ਕੋਈ ਜਨਤਕ ਮੂਵਮੈਂਟ ਕਦੇ ਨਹੀਂ ਬਣਦੀ। ਅਸਲ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਪਰਿਆਵਰਣਵਾਦੀ ਹੋਣ ਜਾਂ ਫਿਰ ਜਿਹੜੇ ਲਿਟਰੇਚਰ ਨਾਲ ਜੁੜੇ ਲੋਕ ਹੋਣ, ਉਹ ਸਮਾਜ ਦੇ ਵਿੱਚ ਸਭ ਤੋਂ ਛੋਟੀ ਘੱਟ ਗਿਣਤੀ ਮੰਨੇ ਜਾਣ ਵਾਲੇ ਲੋਕ ਨੇ। ਔਰ ਸਰਕਾਰਾਂ ਉਸ ਘੱਟ ਗਿਣਤੀ ਦੀ ਬਾਂਹ ਫੜਦੀਆਂ ਨੇ, ਉਸ ਘੱਟ ਗਿਣਤੀ ਲਈ ਵਾਅਦੇ ਕਰਦੀਆਂ ਨੇ ਜਿੱਥੋਂ ਵੋਟਿੰਗ ਮਿਲਦੀ ਹੈ। ਇਹ ਉਹ ਸਭ ਤੋਂ ਛੋਟੀਆਂ ਘੱਟ ਗਿਣਤੀਆਂ ਨੇ ਜਿਨ੍ਹਾਂ ਨੂੰ ਅਣਗੌਲੇ ਕਰਨਾ ਕਿਸੇ ਵੀ ਪਾਰਟੀ ਲਈ ਕੋਈ ਬਹੁਤ ਵੱਡੀ ਦਿੱਕਤ ਪੈਦਾ ਨਹੀਂ ਹੁੰਦੀ। ਇਸੇ ਕਰਕੇ ਸ਼ਾਇਦ ਇਹਨਾਂ ਮੁੱਦਿਆਂ ਨੂੰ ਕਿਸੇ ਵੀ ਪਾਰਟੀ ਨੇ ਬਹੁਤਾ ਸੀਰੀਅਸਲੀ ਨਹੀਂ ਲਿਆ। ਔਰ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਬਹੁਤ ਘੱਟ ਸੰਭਾਵਨਾ ਵਾ ਕਿ ਇਸ ਗੱਲ ਨੂੰ ਸੀਰੀਅਸਲੀ ਕਦੇ ਲਿਆ ਜਾਏਗਾ। ਹਰਪ੍ਰੀਤ ਜੀ, ਮੈਂ ਗੱਲ ਕਰ ਰਿਹਾ ਸੀ ਇਹ ਕਿ ਜਿਉਂ-ਜਿਉਂ ਲੋਕਾਂ ਦੀ ਜਿਹੜੀ ਹੈਗੀ ਜਾਗਰੂਕਤਾ ਜਿਨ੍ਹਾਂ ਨੁਕਤਿਆਂ ਤੇ ਵੱਧਦੀ ਜਾਂਦੀ ਹੈ,
ਤੁਸੀਂ ਦੇਖੋਗੇ ਸਾਰੀਆਂ ਪਾਰਟੀਆਂ ਦੇ ਜਿਹੜੇ ਮੈਨੀਫੈਸਟੋ ਉਹਦੇ ਵਿੱਚ ਉਹ ਚੀਜ਼ਾਂ ਐਡ ਹੁੰਦੀਆਂ ਰਹਿੰਦੀਆਂ ਨੇ। ਅੱਜ ਇਨਫਰਾਸਟ੍ਰਕਚਰ ਬਾਰੇ, ਅੱਜ ਰੋਜ਼ਗਾਰ ਬਾਰੇ ਔਰ ਇਹਨਾਂ ਚੀਜ਼ਾਂ ਬਾਰੇ ਸਭ ਤੋਂ ਵੱਧ ਲੋਕ ਜਿਹੜੇ ਜਾਗਰੂਕ ਹੋਏ ਨੇ ਉਹਨਾਂ ਚੀਜ਼ਾਂ ਦੀ ਮੰਗ ਕਰਦੇ ਨੇ। ਅਸਲ ਦੇ ਵਿੱਚ ਸਾਡਾ ਸਮਾਜ, ਸਾਡੀ ਸੁਸਾਇਟੀ ਅਜੇ ਉਹਨੂੰ ਲੱਗਦਾ ਹੀ ਨਹੀਂ ਕਿ ਜਿਹੜਾ ਇਹ ਵਾਤਾਵਰਣ ਦੀ ਗੱਲ ਹੈ, ਪੀਣ ਵਾਲੇ ਪਾਣੀ ਦੀ ਜਿਹੜੀ ਸ਼ੁੱਧਤਾ ਦੀ ਗੱਲ ਹੈ, ਉਹ ਚੀਜ਼ਾਂ ਜਾਗਰੂਕ ਨਹੀਂ ਸਮਾਜ ਹੈਗਾ। ਤੇ ਜਿਹੜੀ ਚੀਜ਼ਾਂ ਬਾਰੇ ਸਮਾਜ ਜਾਗਰੂਕ ਨਹੀਂ, ਉਹਨਾਂ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਅੱਖ ਟੇਢੀ ਕਰਕੇ ਲੰਘਣ ਦਾ ਯਤਨ ਕਰਦੀਆਂ ਨੇ ਕਿ ਇਹ ਮੁੱਦੇ ਜੇ ਦਬੇ ਨੇ, ਸਮਾਜ ਜਾਗਰੂਕ ਨਹੀਂ ਤੇ ਇਹਨਾਂ ਨੂੰ ਦਬੇ ਰਹਿਣ ਦਿਓ। ਤੇ ਜਿਉਂ-ਜਿਉਂ ਸਮਾਜ ਇਹਨਾਂ ਪ੍ਰਤੀ ਜਾਗਰੂਕ ਹੋ ਜਾਊਗਾ, ਤਿਉਂ ਇਹ ਮੁੱਦਿਆਂ ਦੀ ਐਡੀਸ਼ਨ ਹੋਏਗੀ। ਠੀਕ ਹੈ, ਸੰਤ ਸੀਚੇਵਾਲ ਨੇ ਕਿਹਾ, ਪਰ ਕਿਉਂਕਿ ਉਹਨਾਂ ਦਾ ਦਾਇਰਾ ਪੂਰੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਤੱਕ ਸਮਾਜ 'ਚ ਵਿਆਪਕ ਨਹੀਂ ਹੈਗਾ, ਤਾਂ ਇਸ ਕਰਕੇ ਸਮਾਜ ਜਾਗਰੂਕ ਨਾ ਹੋਣ ਕਰਕੇ ਸਰਕਾਰਾਂ ਹਾਲੇ ਅੱਖ ਮੀਚ ਕੇ ਲੰਘ ਜਾਂਦੀਆਂ ਨੇ ਇਹੋ ਜਿਹੀਆਂ ਗੱਲਾਂ ਤੋਂ। ਹਰਪ੍ਰੀਤ ਜੀ, ਇੱਕ ਚੀਜ਼ ਦੇਖਣ ਵਾਲੀ ਹੈ, ਅਸੀਂ ਇਹ ਚੀਜ਼ ਕਿਉਂ ਸੋਚ ਰਹੇ ਹਾਂ ਕਿ ਕਿਸੇ ਨੇ ਜਿਹੜੀ ਗੱਲ ਕਹੀ ਹੈ ਉਹ ਕਿਉਂ ਕਹੀ ਹੈ। एनवायरमेंट का विषय एक ऐसा विषय है, चाहे वो सीचेवाल करे चाहे वो कोई भी करे, वो एक इन्ना सेंसिटिव विषय बन चुका है साडे कल्ले पंजाब दे विच नहीं, मैं पूरे वर्ल्ड की गल करूंगा। पूरे का पूरा वर्ल्ड जिहड़ा इस त्रासदी तो झुलस रहा है और असी इस चीज नूं वोटां नाल कह लो या सानू वो चीज चंगी लगती है या सानू कोई बेनिफिट है उस चीज लई असी प्रमोट करिए ना करिए, ये चीज बहुत मंदभागी है। एनवायरमेंट का विषय देख लो, तुसीं हवा दे विच प्रदूषण देख लो, पानी दे विच पोल्यूशन देख लो, पानी का स्तर देखो तुसीं कित्थे जा रहा है, साडे जिहड़े कैनाल्स ने उन्हां दी सफाई दा हाल देखो तुसीं। तो एक बहुत सेंसिटिव विषय है, नो डाउट ਇਹਦੇ ਵਿੱਚ ਮੈਜੋਰਿਟੀ ਨਹੀਂ ਜੁੜੀ ਹੋਈ, ਇਸੇ ਕਰਕੇ ਸ਼ਾਇਦ ਕੋਈ ਇੰਟਰਸਟ ਨਹੀਂ ਲੈ ਰਿਹਾ, ਪਰ ਜੇ ਕੋਈ ਬੰਦਾ ਇਸ ਤੇ ਇੰਟਰਸਟ ਲਵੇ ਆਈ ਥਿੰਕ ਉਹਦੇ ਲਈ ਉਹ ਪਲੱਸ ਪੁਆਇੰਟ ਰਹੂਗਾ। ਸੀਚੇਵਾਲ ਸਾਹਿਬ ਨੇ ਗੱਲ ਕੀਤੀ, ਫਿਰ ਇਹ ਕੁਐਸਚਨ ਖੜਾ ਹੋ ਜਾਂਦਾ ਕਿ ਸੀਚੇਵਾਲ ਸਾਹਿਬ ਨਾਲ ਕਿੰਨਾ ਹਜੂਮ ਹੈ। ਅਸੀਂ ਜੇ ਸੀਚੇਵਾਲ ਸਾਹਿਬ ਦੀ ਗੱਲ ਨੂੰ ਐਡ ਵੀ ਕਰ ਦਈਏ ਜਾਂ ਉਹਦੇ ਮੈਨੀਫੈਸਟੋ ਦੇ ਵਿੱਚ ਪੁਆਇੰਟ ਬਣਾ ਦਈਏ ਤਾਂ ਸਾਨੂੰ ਕੀ ਬੈਨੀਫਿਟ ਹੋਏਗਾ। इन्हां चीज़ों तो ऊपर उठ के अगर असी सोचिए तो शायद मानवता का भला हो सकता है, क्योंकि एनवायरमेंट इशू इन्ना क्रूशल बन चुका है अज की डेट दे विच। गर्मियां दे विच प्रॉपर गर्मी पैंदी नहीं, सर्दियां दे विच प्रॉपर सर्दी नहीं पैंदी, पूरा हवा का जिहड़ा माहौल है वो इन्ना गर्म हो चुका गर्मियां दे विच। सो इस चीज़ नूं कंट्रोल करना बहुत जरूरी है, पर पता नहीं क्यों पॉलिटिक्स दे विच ये मुद्दे जिहड़े सेंसिटिव मुद्दे हुंदे ने, जिहड़े कि आम जनता की हैल्थ नाल जुड़े मुद्दे ने, उन्हां नूं बिल्कुल ही अणगौलिया कर दित्ता जाता है। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਹੋਰ ਅੱਗੇ ਵਧਾਈਏ। ਉਮੀਦ ਇਹੀ ਕਰਦੇ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਪਸੰਦ ਆਈ ਹੋਊਗੀ। ਇੱਥੇ ਅਸੀਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।